ਸ੍ਰੀ ਵਾਹਿਗੁਰੂ ਸਾਹਿਬ। ਵਾਹਿਗੁਰੂ ਵਾਹਿਗੁਰੂ। तेरे कवन कवन गुण कह कह गावा, तू साहिब गुण निधाना। तुमरी महिमा वर्ण न साको, तू ठाकुर ऊच भगवाना। तुमरी महिमा वर्ण ना साको, तू ठाकुर ऊच भगवाना। जेता समुद सागर नीर भरिया, तेते अवगुण हमार। दया करो दया करो, किस मेर पावो। डूब दे पत्थर तारे, दया करो किस मेर पावो। डूब दे पत्थर तारे। सुत अपराध करत है जेते, ਅੱਗੇ ਆਜੋ ਭਾਈ ਸਾਹਿਬ। जननी जीत ना राखस तेते। रामैया हो बारिक तेरा, काहे ना खंड से अवगन मेरा। पागठड़े हर संत तुम्हारे, जिन कर तन हर नामा। परवान गनी से ये आए, सफल तिना के कामा। सतनाम 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 जी। वाहिगुरु 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 जी। सतनाम 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 जी। वाहिगुरु 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 जी। सतनाम 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 जी। वाहिगुरु 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 जी। सतनाम 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 जी। वाहिगुरु 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 जी।
ਸਤਨਾਮ 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 ਜੀ। ਵਾਹਿਗੁਰੂ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਕਹੇ ਜਮ ਕਾਲ ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਓ ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਭਾਈ ਜੀ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ। ਨਾਨਕ ਮਨ ਤਨ ਸੁਖੀ ਸਾਰੇ ਬੋਲੋ। ਹੋਏ ਅੰਤੇ ਮਿਲੇ ਗੋਪਾਲ। ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ। ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ। ਆਜੋ ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਹਰ ਹਰ ਨਾਮ ਜਪੰਦਿਆਂ ਕਛ ਨ ਕਹੇ ਜਮ ਕਾਲ। ਜੇ ਤੂੰ ਨਾਮ ਜਪੇਂਗਾ ਤੈਨੂੰ ਕੋਈ ਨਹੀਂ ਕਹੂਗਾ ਜਮ ਤੇ ਕਾਲ ਕੋਈ ਨਹੀਂ ਆਖੇਗਾ। ਇਹ ਦੁੱਖ ਤਕਲੀਫਾਂ ਨਾਮ ਜਪਣ ਵਾਲੇ ਨੂੰ ਕੋਈ ਨਹੀਂ ਆਖਦੀਆਂ। ਇਹਨਾਂ ਦੀ ਡਿਊਟੀ ਹੈ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਨਾ ਛੱਡਿਓ। ਜਮਾਂ ਨੂੰ ਮਗਰ ਲਾਇਆ ਹੈ, ਦੁੱਖਾਂ ਨੂੰ ਮਗਰ ਲਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜੇ ਸਿੱਖ ਸਾਡੇ ਨਾਲ ਨੇ ਉਹਨਾਂ ਨੂੰ ਕੋਈ ਦੁੱਖ ਨਹੀਂ। ਉਹਨਾਂ ਦਾ ਪ੍ਰਮਾਤਮਾ ਰਾਖਾ ਹੈ ਘਰ-ਬਾਰ ਦਾ। ਜਿਹੜੇ ਸਾਨੂੰ ਛੱਡ ਕੇ ਭੱਜ ਗਏ ਆ ਉਹਨਾਂ ਨੂੰ ਦੁੱਖ ਮੁਸੀਬਤਾਂ ਨਹੀਂ ਛੱਡਣਗੀਆਂ। ਉਹ ਬੜੇ ਦੁਖੀ ਹੋ ਜਾਣਗੇ, ਬਹੁਤ ਦੁਖੀ ਹੋ ਜਾਣਗੇ ਜਿਹੜੇ ਸਾਨੂੰ ਛੱਡ ਕੇ ਜਾਣਗੇ। ਜਮਦੂਤ ਦੁੱਖ ਨਹੀਂ ਕੋਈ ਆਖਣਗੇ। ਇੱਕ ਬੀਬੀ ਪੁੱਛਣ ਲੱਗੀ ਛੋਟੇ ਜਿਹੇ ਬੱਚੇ ਨੂੰ, ਤੂੰ ਸੰਤ ਕਿਉਂ ਬਣਿਆ? ਕਾਕਾ ਤੇਰੀ ਉਮਰਾ ਬੜੀ ਛੋਟੀ ਏ, ਤੂੰ ਸੰਤ ਕਿਉਂ ਬਣਿਆ? ਉਸਨੇ ਸਵਾਲ ਕੀਤਾ ਲੜਕੀ ਨੇ, ਮੁਨਹੀ ਅਜਹੂ ਸਵੇਰ, ਤੇਰਾ ਤਾਂ ਬਚਪਨ ਹੀ, ਜਵਾਨੀ ਆਉਣੀ ਬੁਢਾਪਾ ਆਉਣਾ, ਤੂੰ ਹੁਣ ਹੀ ਸੰਤ ਬਣ ਗਿਆ।
अगो कहन लगा बच्चा, माई मम डर काल का, मैनू जमा जमदूतां तो दुखां तो काल तो डर लग्या, तां मैं संत बनिया। कि संत जिहड़ा बन जावे उहनूं दुख ते जमदूत काल कोई नहीं आखदा। पढ़ो, हर हर नाम जपंदिया कछ न कहे जम काल, हर हर नाम जपंदिया कछ न कहे जम काल। हर हर नाम जपंदिया कछ न कहे जम काल, हर हर नाम जपंदिया कछ न कहे जम काल। जी हर नाम नाम सतनाम सतनाम वाहिगुरु 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 सतनाम वाहिगुरु वाहिगुरु नाम वाहिगुरु 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 हर नाम जपंदिया कछ न कहे जम काल, हर हर नाम जपंतिया कछ न कहे जम काल। हर हर नाम जपंतिया कछ न कहे जम काल, हर हर नाम जपंतिया कछ न कहे जम काल। हर हर नाम जपंतिया कछ न कहे जम काल, हर हर नाम जपंतिया कछ न कहे जम काल। हर हर नाम जपंतिया कछ न कहे जम काल, हर हर नाम जपंतिया कछ न कहे जम काल। जी हर हर नाम जपंतिया कछ न कहे जम काल, हर हर नाम जपंतिया कछ न कहे जम काल। हर हर नाम जपंतिया कछ न कहे जम काल, हर हर नाम जपंतिया कछ न कहे जम काल। मुनहि अजहू सवेर, माई मम डर काल का, मैनू जमदूत तो दुखां तो काल तो डर लग्या है, मैं तां संत बने। छोटा जिहा बच्चा सी, मां कहंदी पुत्तर अग बाल चुल्हे च, बड़ियां लकड़ा ला के अग बाले, अग बड़े ना। मां ने आख्या छोटियां लकड़ा ला दे थल्ले, निक्कियां लकड़ा थल्ले ला दियां, अग लाई ते लग गई। निक्कियां निक्कियां लकड़ा पहलों सड़ गईयां ते वड्डियां नूं अग बाਅद च लगी। ते बैठा सोच रहा है, अग भी ते जम भी इको बराबर ही। ਜਿਹੜਾ ਕਾਲ ਹੈ ਉਹ ਵੀ ਅੱਗ ਵਰਗਾ ਛੱਡਦਾ ਨਹੀਂ, ਸਾੜ ਦਿੰਦਾ ਬੰਦੇ ਨੂੰ ਤੇ ਅੱਗ ਵੀ ਨਹੀਂ ਛੱਡਦੀ। ਕਾਲ ਤੇ ਅੱਗ ਇੱਕੋ ਜਿਹੀ ਚੀਜ਼ ਹੈ। ਵੇਖ ਕੇ ਮਨ ਬੈਰਾਗੀ ਹੋ ਗਿਆ ਕਿ ਮੈਂ ਕਿਤੇ ਮਰ ਨਾ ਜਾਵਾਂ, ਮੈਂ ਛੇਤੀ ਨਾ ਕਿਤੇ ਮਰ ਜਾ। घर छड्ड के संतां कोल आ गया। हुण मैनू जमदूत ते काल कुछ नहीं कहणगे। सतगुरु कहंदे ने भाई जे तू दुखां तो, काल तो, बीमारियां तो, कलेश तो बचना चाहना है तो संतां दी संगत च आ जा। पर एक गल रखी याद कि संगत करन दी तैनू जाच आउंदी होवे। ਇਹ ਨਾ ਹੋਵੇ ਕਿ ਸੰਗਤ ਤੂੰ ਆ ਜਾਵੇਂ ਤੇ ਆਦਤਾਂ ਆਪਣੀਆਂ ਛੱਡੇ ਨਾ। ਆਦਤਾਂ ਸੰਗਤ ਦੀਆਂ ਅਪਣਾਈ, ਜੋ ਹੁਕਮ ਸੰਗਤ ਵਿੱਚ ਹੁੰਦਾ ਹੈ ਉਹ ਕਰੀ।
ਸਾਧ ਸੰਗਤ ਦਾ ਬਣ ਕੇ ਰਵੀਂ, ਕੋਈ ਕਾਲ ਨਹੀਂ ਤੇਰੇ ਨੇੜੇ ਆਏਗਾ। ਜੇ ਮੌਤ ਵੀ ਆਈ ਨਾ ਤੇ ਉਹ ਵਿਆਪ ਨਹੀਂ ਸਕੇਗੀ। ਕਾਲ ਨਾ ਕਬਹੂ ਵਿਆਪੇ, ਕਾਲ ਨਹੀਂ ਕਦੇ ਵਿਆਪਦਾ। ਜੇ ਤੂੰ ਡਰਦਾ ਹੈ ਦੁੱਖਾਂ ਤੋਂ, ਤਕਲੀਫਾਂ ਤੋਂ, ਬੜੇ ਬੜੇ ਜ਼ਿੰਦਗੀ ਦੇ ਪਹਾੜ ਏ ਤੇ ਮਹਾਂਪੁਰਸ਼ਾਂ ਦੀ ਸ਼ਰਨ 'ਚ ਆ ਜਾ। ਇਹ ਸਾਰੇ ਦੁੱਖ ਤੇ ਪਹਾੜ ਮਹਾਂਪੁਰਖਾਂ ਦੀ ਸੰਗਤ ਤੋਂ ਪਰੇ ਰਹਿੰਦੇ ਆ। ਆਖੋ ਵਾਹਿਗੁਰੂ। ਇਹ ਦੁੱਖ ਪਰੇ ਰਹਿੰਦੇ ਆ, ਇੱਥੇ ਸੁੱਖ ਬਣੇ ਰਹਿੰਦੇ ਆ। ਸਾਧ ਸੰਗਤ ਦਾ ਸੁੱਖ ਹੁਣ ਉਸ ਬੱਚੇ ਨੇ ਕਿਹਾ ਉਸ ਬੀਬੀ ਨੂੰ, ਉਹ ਵਿਆਹੀ ਹੋਈ ਆਈ ਸੀ ਨਵੀਂ, ਕਹਿਣ ਲੱਗਾ ਤੁਮ ਕਰ ਕਿਆ ਅਚਾਰ। ਭਾਵ ਕਿ ਜਿਹੜਾ ਗ੍ਰਸਤੀ ਏ ਉਹਦੇ ਘਰ ਦਾ ਵੀ ਅਚਾਰ ਵਾਚਾ ਬਾਤਾ ਸਾਰਾ ਵਿਹਾਰ ਵਧੀਆ ਹੋਣਾ ਚਾਹੀਦਾ। ਤੁਮ ਕਰ ਕਿਆ ਅਚਾਰ, ਵੀ ਤੇਰੇ ਘਰ ਵਿੱਚ ਕੋਈ ਸਵੇਰੇ ਉੱਠਦਾ ਹੈ, ਕੋਈ ਪਾਠ ਪੂਜਾ ਕਰਦੇ ਆ, ਕੋਈ ਪੁੰਨ ਦਾਨ ਕਰਦੇ ਆ। ਗ੍ਰਸਤੀ ਦੇ ਘਰ ਵਿੱਚ ਦਾਨੀ ਆ, ਗ੍ਰਸਤੀ ਦੇ ਘਰ ਵਿੱਚ ਸੁੱਖੇ ਇਹ ਦਾਨ ਕਰੇ, ਵੰਡੇ, ਸਾਧੂਆਂ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰੇ। ਪਰ ਉਹਨੇ ਕਿਹਾ ਨਹੀਂ, ਸਾਡੇ ਘਰ ਮਮ ਕਰ ਬਾਸੀ ਖਾਤ ਹੈ। ਉਹਨੇ ਕਿਹਾ ਤੁਮ ਕਰ ਕਿਆ ਅਚਾਰ। ਉਹ ਵਿਆਹੀ ਹੋਈ ਲੜਕੀ ਕਹਿੰਦੀ ਸਾਡੇ ਘਰ ਬੇਹੀ ਰੋਟੀ ਖਾਂਦੇ ਆ, ਬਾਸੀ। ਉਹਦੀ ਸੱਸ ਸੁਣਦੀ ਪਈ ਸੀ ਇਹ ਗੱਲਾਂ ਨੂੰ। ਸੱਸ ਨੇ ਬੜਾ ਦੁੱਖ ਮਨਾਇਆ ਕਿ ਹੁਣੇ ਹੀ ਸਾਡੇ ਘਰ ਦੀਆਂ ਬੁਰੀਆਂ ਕਰਨ ਲੱਗ ਪਈ ਵੀ ਬੇਹੀਆਂ ਰੋਟੀਆਂ ਖਾਂਦੇ ਆ। ਇੰਨੀ ਵਧੀਆ ਰੋਟੀ ਇਹਨੂੰ ਦੇਣੇ ਆ, ਇੰਨਾ ਸੁੱਖ ਮਾਰ ਰਹੀ ਏ, ਇਹ ਸਾਡੀ ਨਿੰਦਿਆ ਕਰਦੀ ਹੈ। ਉਹਨੇ ਕਿਹਾ ਤੁਮ ਕਰ ਕਿਆ ਅਚਾਰ, ਮਮ ਕਰ ਬਾਸੀ ਖਾਤ ਹੈ। ਚਾਰ ਗੱਲਾਂ ਸੰਤਾਂ ਨਾਲ ਹੋਈਆਂ। ਛੋਟੇ ਬੱਚੇ ਨੂੰ ਇੱਕ ਗੱਲ ਇਹਨੇ ਪੁੱਛੀ ਤੇ ਉਹਨੇ ਇੱਕ ਜਵਾਬ ਦਿੱਤਾ। ਫਿਰ ਉਸ ਬੱਚੇ ਨੇ ਇਹਨੂੰ ਪੁੱਛੀ ਤੇ ਇਹਨੇ ਜਵਾਬ ਦਿੱਤਾ। ਉਹਨੇ ਪੁੱਛਿਆ ਮੁਨਹੀ ਅਜਹੂੰ ਸਵੇਰ, ਮਾਈ ਮਮ ਡਰ ਕਾਲ ਕਾ। ਉਹਨੇ ਕਿਹਾ ਤੁਮ ਕਰ ਕਿਆ ਅਚਾਰ। ਮਾਈ ਨੇ ਕਿਹਾ, ਉਸ ਲੜਕੀ ਨੇ ਕਿਹਾ ਮਮ ਕਰ ਬਾਸੀ ਖਾਤ ਹੈ। ਮਹਾਂਪੁਰਸ਼ਾਂ ਵਾਸਤੇ ਜਿਹੜੇ ਸੰਤ ਬਣ ਗਏ ਉਹਨਾਂ ਵਾਸਤੇ ਮਾਈਆਂ ਹੀ ਨੇ। ਉਸ ਲੜਕੀ ਨੂੰ ਮਾਈ ਕਿਹਾ, ਮਾਈ ਮਮ ਕਰ ਬਾਸੀ ਖਾਤ ਹੈ। ਐਸੀ ਦ੍ਰਿਸ਼ਟੀ ਨਾਲ ਰਹਿਣਾ ਹੈ। ਮਾਈ ਕਹਿੰਦੇ ਨੇ ਮਾਂ ਨੂੰ, ਕਹਿੰਦੇ ਮਾਵਾਂ ਭੈਣਾਂ ਧੀਆਂ ਜਾਣੇ। ਸੰਗਤ ਵਿੱਚ ਤੂੰ ਆਪਣੀ ਦ੍ਰਿਸ਼ਟੀ ਬਦਲ, ਤੈਨੂੰ ਬੁਰੀਆਂ ਆਦਤਾਂ ਨਹੀਂ, ਤੂੰ ਦੂਜੇ ਪਾਸੇ ਮਾੜਾ ਦੇਖਦਾ ਲੜਕੀਆਂ ਵੱਲ। ਤੇਰੇ ਘਰ ਵਿੱਚ ਵੀ ਲੜਕੀਆਂ ਹੈਗੀਆਂ, ਕਦੀ ਉੱਥੇ ਤੂੰ ਮਾੜਾ ਦੇਖਿਆ? ਜਿਵੇਂ ਘਰ ਵਿੱਚ ਰਹਿਣਾ ਹੈ, ਭੈਣਾਂ ਦੇ ਵਿੱਚ, ਧੀਆਂ ਦੇ ਵਿੱਚ, ਮਾਂ ਦੇ ਵਿੱਚ, ਉਹੀ ਜਾਤ ਤੇਰੇ ਘਰ ਵਿੱਚ ਜਿਹਨੂੰ ਤੂੰ, ਜਿਸ ਜਾਤ ਨੂੰ ਤੂੰ ਬਾਹਰ ਬੁਰੀ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ। ਸਤਿਗੁਰ ਕਹਿੰਦੇ ਦੇਖ ਪਰਾਈਆਂ ਚੰਗੀਆਂ, ਇਹਨਾਂ ਨੂੰ ਪਰਾਈਆਂ ਨਾ ਸਮਝੇ, ਇਹਨਾਂ ਨੂੰ ਮਾਵਾਂ ਧੀਆਂ ਸਮਝੋ। ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ। ਸੰਗਤ ਦਾ ਗੁਣ ਹੈ ਕਿ ਜੇ ਸਾਧ ਸੰਗਤ ਵਿੱਚ ਆ ਗਿਆ ਤੇ ਮਾਵਾਂ ਧੀਆਂ ਭੈਣਾਂ ਕਰਕੇ ਹੀ ਜਾਣਨਾ। ਏਕਾ ਨਾਰੀ ਜਤੀ ਹੈ, ਪਰ ਨਾਰੀ ਧੀ ਭੈਣ ਵਖਾਣੀ। ਕਹਿੰਦੇ ਜਿਹੜਾ ਇੱਕ ਪਤਨੀ ਤੇ ਵਿਸ਼ਵਾਸ ਰੱਖਦਾ ਹੈ,
ਗੁਰੂ ਘਰ ਵਿੱਚ ਉਹਦਾ ਦਰਜਾ ਜਤੀ ਦਾ ਹੈ, ਉਹ ਜਤੀ ਸਦੀ ਹੈ। ਦੂਜਿਆਂ ਨੂੰ ਧੀ ਭੈਣ ਸਮਝੇ। ਇੱਕ ਪਤਨੀ ਤੇ ਭਰੋਸਾ ਰੱਖਣ ਵਾਲਾ ਜਤੀ ਹੈ ਗੁਰੂ ਨਾਨਕ ਦੇ ਘਰ ਵਿੱਚ, ਉਹਨੂੰ ਜਤੀ ਦਾ ਦਰਜਾ ਹੈ। ਜਤੀ ਵੀ ਉਹਦੇ ਤੋਂ ਪਿੱਛੇ ਆ, ਜਿਹੜਾ ਕੇਵਲ ਪਤਨੀ ਤੇ ਭਰੋਸਾ ਕਰਦਾ ਹੈ, ਬਾਕੀਆਂ ਨੂੰ ਮਾਂ ਤੇ ਧੀ ਤੇ ਭੈਣ ਸਮਝਦਾ ਹੈ। ਐਸੀ ਦ੍ਰਿਸ਼ਟੀ ਬਣਾ ਲਾ, ਤੇਰੀ ਘਰ 'ਚ ਦ੍ਰਿਸ਼ਟੀ ਏ, ਲੜਕੀ ਏ ਭੈਣ, ਜਵਾਨ ਏ ਬਰਾਬਰ ਦੀ, ਧੀ ਤੇਰੀ ਬਰਾਬਰ ਦੀ, ਉੱਥੇ ਤੂੰ ਬਰਿਆਈ ਕਿਉਂ ਨਹੀਂ ਲਿਆਉਂਦਾ? ਜਦ ਦੂਸਰੀ ਨੂੰ ਪਰਾਈ ਨੂੰ ਵੇਖਦਾ ਤੇ ਤੇਰੇ ਅੰਦਰ ਬੁਰਾਈ ਆਉਂਦੀ ਏ, ਕੀ ਤੂੰ ਇਹਨਾਂ ਨੂੰ ਭੈਣਾਂ ਤੇ ਧੀਆਂ ਨਹੀਂ ਮੰਨ ਸਕਦਾ? ਸਤਿਗੁਰੂ ਕਹਿੰਦੇ ਮਾਈ ਬਰਾਬਰ ਸਮਝੇ, ਮਾਈ ਭੈਣ ਬਰਾਬਰ ਸਮਝੇ, ਧੀ ਬਰਾਬਰ ਸਮਝੇ। ਇਹ ਗੁਰੂ ਘਰ ਦੇ ਗੁਣ ਹੈ। ਤੂੰ ਆਇਆ ਕਿੱਥੇ ਹੈ, ਰਹਿਣਾ ਕਿੱਥੇ ਹੈ, ਤੇਰੀ ਦ੍ਰਿਸ਼ਟੀ ਕਿਹੜੀ ਹੈ? ਇਸ ਘਰ ਵਿੱਚ ਇਹੋ ਜਿਹੀ ਨਿਗਾਹ ਬਣਾ ਲਾ। ਬੱਚੇ ਨੇ ਲੜਕੀ ਨੇ ਪੁੱਛਿਆ ਬੱਚੇ ਨੂੰ ਪੁੱਛਿਆ ਮੁਨਹੀ ਅਜਹੂੰ ਸਵੇਰ। ਬੱਚਾ ਏ, ਜਵਾਨੀ ਉਹਦੇ ਤੇ ਵੀ ਜਵਾਨੀ ਆ ਰਹੀ ਏ, ਉਹ ਲੜਕੀ ਵੀ ਜਵਾਨ ਹੈ। ਉਹ ਉਸ ਨੂੰ ਕਹਿੰਦਾ ਮਾਈ ਮਮ ਡਰ ਕਾਲਕਾ। ਜੋ ਮਹਾਂਪੁਰਖਾਂ ਨੇ ਸਿੱਖਿਆ ਦਿੱਤੀ, ਜੇ ਭਿੱਖਿਆ ਮੰਗਣ ਕਾਕਾ ਜਾਣਾ ਹੈ ਨਾ, ਧੀਆਂ ਭੈਣਾਂ ਵੱਲ ਮਾੜਾ ਨਹੀਂ ਸਮੇਖਣਾ। ਮਾਈ ਕਹਿ ਕੇ ਬੁਲਾਈ ਸਭ ਨੂੰ। ਉਹ ਮਾਈ ਕਹਿ ਕੇ ਬੁਲਾਉਂਦਾ ਹੈ। ਜਵਾਨ ਲੜਕੀਆਂ ਨੂੰ ਵੀ ਮਾਈ ਆਖਦਾ ਹੈ। ਤੁਮ ਕਰ ਕਿਆ ਆਚਾਰ, ਮਮ ਕਰ ਬਾਸੀ ਖਾਤ ਹੈ। ਜਦੋਂ ਇਹਦਾ ਸਹੁਰਾ ਘਰੇ ਆਇਆ, ਪਤੀ ਆਇਆ, ਸੱਸ ਦਾ ਘੇਰ ਕੇ ਬਹਿ ਗਈ। ਇਹ ਕੁੜੀ ਨੇ ਹੁਣੇ ਚੰਦ ਚਾੜਦਾ, ਆਪਣੇ ਘਰ ਦੀਆਂ ਬਹੁਤ ਮਾੜੀਆਂ ਕਰਦੀ ਏ। ਇੱਕ ਸਾਧੂ ਆਇਆ ਸੀ, ਉਹਨੂੰ ਕਹਿੰਦੀ ਅਸੀਂ 20 ਰੋਟੀਆਂ ਖਾਣੀਆਂ ਸਾਡੇ ਘਰ। ਇਹਨੂੰ ਪੁੱਛੋ ਕਿਹੜੇ ਦਿਨ 20 ਰੋਟੀ ਇਹਨੂੰ ਦਿੱਤੀ? ਉਹ ਲੜਕੀ ਕਹਿਣ ਲੱਗੀ ਆਪਦੇ ਸਹੁਰਾ ਸਾਹਿਬ ਨੂੰ, ਪਿਤਾ ਜੀ ਮਹਾਂਪੁਰਸ਼ਾਂ ਦੀ ਭਾਸ਼ਾ ਵੱਖਰੀ ਹੁੰਦੀ, ਆਪਣੀ ਵੱਖਰੀ। ਉਹ ਸੰਤ ਸੰਗੀ ਸੀ। ਇਹ ਘਰ ਸੇਵਾ ਕਰਨ ਵਾਲਾ ਨਹੀਂ ਸੀ, ਉਹ ਸੇਵਾ ਕਰਨ ਵਾਲੀ ਸੀ। ਉਹਨਾਂ ਨੇ ਮੈਨੂੰ ਪੁੱਛਿਆ ਹੈ ਤੁਮ ਕਰ ਕਿਆ ਆਚਾਰ? ਮੈਂ ਕਿਹਾ ਮਮ ਕਰ ਬਾਸੀ ਖਾਤ ਹੈ। ਵੀ ਭਾਵ ਕਿ ਪਿਛਲੇ ਜਨਮ ਦਾ ਬੀਜਿਆ ਵੱਢ ਰਹੇ ਨੇ ਸਾਡੇ ਘਰ ਦੇ, ਕੋਈ ਨਹੀਂ ਪੁੰਨ ਦਾਨ ਕਰਦੇ, ਕੋਈ ਨਹੀਂ ਪੁੰਨ ਦਾਨ ਕਰਦੇ, ਪਿਛਲਾ ਬੀਜਿਆ ਖਾਂਦੇ ਪਏ। ਕਹਿੰਦੇ ਬੀਜ ਲਾ ਭਾਈ, ਸਮਾਂ ਆਇਆ ਹੁਣ ਬੀਜ ਲਾ ਨਾਲ ਨਾਲ। ਜੋ ਖਾਣਾ ਹੈ ਉਹ ਵੰਡ ਵੀ। ਕਿਰਤ ਕਰੋ ਨਾਮ ਜਪੋ ਵੰਡ ਛਕੋ, ਬੀਜ ਲਾ। ਜਿੰਨਾ ਕੋ ਤੇਰੇ ਹੱਥ ਆਉਂਦਾ ਹੈ ਬੀਜ ਲਾ। ਭਲੇ ਅਰਥ ਵੰਡ ਦੇ। ਜਿੰਨਾ ਕੋ ਰੱਬ ਦੇਵੇ ਬੀਜੀ ਜਾ। ਉਹਨੇ ਕਿਹਾ ਸਾਡੇ ਘਰ ਬੇਹਾ ਖਾਂਦੇ ਆ ਪਿਛਲੇ ਜਨਮ ਦਾ। ਉਹਨੂੰ ਪਤਾ ਨਹੀਂ ਸੀ ਸਹੁਰੇ ਹੁੰਦੇ ਨੂੰ। ਅੱਜ ਉਹਨੇ ਸੁਣੀ ਗੱਲ ਕਿ ਕੋਈ ਪੁੰਨ ਦਾਨ ਵੀ ਹੁੰਦਾ ਹੈ। ਅੱਜ ਸਮਝ ਪਈ। ਆਪਦੀ ਨੂੰਹ ਤੋਂ ਸੁਣ ਕੇ ਉਹ ਸੰਤ ਸੇਵੀ ਸੀ। ਜਦੋਂ ਉਹਨੇ 4 ਗੱਲਾਂ ਸੁਣਾਈਆਂ, ਸਹੁਰੇ ਦੇ ਕੁਆੜ ਖੁੱਲ੍ਹ ਗਏ ਕਿ ਇਸ ਜਨਮ ਵਿੱਚ ਪੁੰਨ ਦਾਨ ਜ਼ਰੂਰ ਕਰਨਾ ਚਾਹੀਦਾ। ਅਸੀਂ ਪਿਛਲਾ ਬੀਜਿਆ ਖਾਣੇ ਪਏ ਹਾਂ।
अगे वास्ते कोई नहीं बीज रहे। ये लड़की सच आखदी है कि बेहा खा रहे हम, ताजी नहीं पका रहे। ताजी पकदी तां जेकर बीज बीजीए। लड़की नूं हुक्म करता, बेटा अपना छोलियां दा कोठा भरिया होया है, तू संतां साधुआं नूं दान करिया कर। कोई महात्मा महापुरुष आवे, कोई भिखारी आवे, तेनू खुली छुट्टी है, किसी नूं पुछण दी लोड़ नहीं। छोलियां दा कोठा भरिया है, वंडी आ। उन्हां समयां 'च बहुत सस्ते सी छोले। छोले बराने भी हो जाते आ, कणक नहीं होंदी। बहुता ज़्यादा दूरी का समा नहीं, बहुत सस्ते सी छोले। जे छोले मान लो छोलियां दा 5 रुपए रेट है तो कणक का 15-20 रुपये सी। बहुत सस्ते छोले। इन्हें कहा चलो लगन तो लगी मेरे सहुरे नूं, भावें छोले ही दान करता है। लगन तो लगी है ना। पर मन में चिंता भी है कि सब कुछ ही दान करना चाहिए। लीड़ा कपड़ा लंगर पानी जो कुछ असी खाने ते हंडाउने आ, ये कुछ वंडना भी चाहिए। जे गृहस्थी है, जे गृहस्थ छड़ के साध संगत विच आ गया है, इनू नाम ही जपण दी लोड़ है। इत्थे पुण्य दान महना नहीं रखाउंदा, इत्थे नाम जपना ही वड्डा काम है। नाम जपे जिन्ना जप सकदा। नाम नाल सारी कारज रास, सारी सुख, सारी पुण्यदान मिलते हैं। नाम जपण दे नाल महापुरुषां दी संगत विच नाम जपे, सेवा करे, भज भज के बाणी पढ़े, लंगर वरताए, जो भी सेवा मिलती लग जाए। सौरे का एक थोड़ा जी भावना बनी, नूह नूं आर्डर करता भी छोले वंडिया कर। एक दिन इहदी सस चली गई किते रिश्तेदारी च। हुण नूह घरे अपने, उन्हें रोटी पानी सारा उन्हें ही करना। आपदे सहुरे वास्ते रोटी तैयार की, जिहड़ी रोज़ वो खांदा सी, दालां सब्जियां वधिया, प्रशादा घ्यो ला के नाल दही लस्सी मक्खण, वो तैयार करके पासे रख ली। एक कली छोलियां दी रोटी बना के आपदे सहुरे अगे रख दी। वो बुरकी तोड़े, मूँह च पावे, लंघे ना भी इन्हें कीता की। अखीरी आवाज़ दिती, पुत्री कोई इहदे च लूण पा देना सी, कोई लस्सी दे देनी सी नाल, सुक्की रोटी लंघदी नहीं अंदर। उन्हें जल्दी जल्दी थाल लियांदा दूसरा, वो आपदे सहुरे अगे रखता ते दूजा चक लिया छोलियां दी रोटी। सहुरे ने कहा भी इनका कारण की, ये तेनू भुलेखा लग गया या की? कहंदी पिता जी मैनू भुलेखा नहीं लग्या, आपां कल्ले छोले दान करदे हां। आपां जदों जावांगे अगे आपां नूं कल्ले छोले ही मिलने आ खाण नूं, होर नहीं कुछ मिलना। सहुरे नूं समत आ गई कि लड़की सच आखरी है, जो बीजेगा वो ही वड्डेगा भाई। तेरी जिंदगी का तेरा खेत है, कर्मा संदड़ा खेत, तेरा खेत है कर्मा वाला। निंदिया बीज दे, चुगलियां बीज दे, ईरखा बीज दे, लड़ाइयां झगड़े बीज दे, नफरत बीज दे, पर तेरे खेत दी हर चीज़ तेनू मिलनी।
ਭਲਾ ਬੀਜ ਦੇ ਬੁਰਾ ਬੀਜ ਦੇ, ਖੁੱਲੀ ਛੁੱਟੀ, ਪੂਰੇ ਅਧਿਕਾਰ ਨੇ ਤੇਰੇ ਕੋਲ। ਕਿਸੇ ਨੇ ਤੈਨੂੰ ਬਾਂਹ ਫੜ ਕੇ ਨਹੀਂ ਰੋਕਣਾ ਕਿ ਨਿੰਦਿਆ ਕਰਦਾ, ਚੁਗਲੀਆਂ ਕਰਦਾ, ਈਰਖਾ ਕਰਦਾ, ਲੜਾਈਆਂ ਕਰਦਾ। ਜੋ ਮਰਜ਼ੀ ਕਰੀ ਜਾ, ਪਰ ਯਾਦ ਰੱਖ ਸਭ ਕੁਝ ਤੇਰੇ ਲਈ। ਲੋਭ ਲਾਲਚ ਕਰ ਲਾ, ਬੁਰਾਈਆਂ ਕਰ ਲਾ, ਸਭ ਕੁਝ ਤੇਰੇ ਵਾਸਤੇ। ਸਹੁਰੇ ਦੇ ਮਨ ਅੰਦਰ ਠੁੱਕੀ ਕਿ ਜੋ ਬੀਜਣਾ ਹੋਈ। ਉਹਨੇ ਕਿਹਾ ਜੀ ਮੈਂ ਤੁਹਾਨੂੰ ਕਿਹਾ ਵੀ ਹੁਣੇ ਹੀ ਖਾ ਲਵੋ, ਗਿੱਝ ਜਾਵੋ, ਫਿਰ ਅੱਗੇ ਛੋਲਿਆਂ ਦੀ ਰੋਟੀ ਕਿਵੇਂ ਖਾਓਗੇ। ਸਹੁਰੇ ਨੇ ਰੋਟੀ ਤਾਂ ਖਾ ਲਈ ਦੂਜੀ, ਜਿਹੜਾ ਰੋਜ਼ ਛਕਦੇ ਸੀ ਥਾਲ, ਪਰ ਨਾਲ ਹੀ ਆਰਡਰ ਕਰਤਾ ਤੈਨੂੰ ਬੇਟਾ ਕਿਸੇ ਚੀਜ਼ ਦੀ ਰੁਕਾਵਟ ਨਹੀਂ, ਸਾਰੇ ਘਰ 'ਚ ਲੀੜਾ ਕੱਪੜਾ ਦਾਨ ਕਰ, ਜੋ ਮਰਜ਼ੀ ਵੰਡ ਸਾਧੂਆਂ ਨੂੰ, ਭਲੇ ਹੱਥ ਜੋ ਮਰਜ਼ੀ ਲਾ। ਕਿ ਇੱਕ ਸਾਡੇ ਘਰ ਨੂੰ ਆਈ ਸਤ ਬੁੱਧੀ ਵਾਲੀ ਹੈ, ਉਹ ਜਾਣਦਾ ਹੈ, ਉਹਦਾ ਪਤੀ ਵੀ ਸਮਝਦਾ ਹੈ, ਸੱਸ ਸਹੁਰਾ ਵੀ ਸਮਝਦੇ ਆ ਕਿ ਇਹ ਸਤ ਬੁੱਧੀ ਵਾਲੀ ਹੈ। ਜੇ ਕੋ ਬੁੱਧੀ ਆ ਜੇ ਘਰ ਦਾ ਬੇੜਾ ਡੋਬ ਦਿੰਦੀ, ਕਚੱਜੀ ਆ ਜੇ, ਕੁਪੱਤੀ ਆ ਜੇ, ਉਹਨੂੰ ਕੋਈ ਸ਼ਰਮ ਨਹੀਂ ਪਤੀ ਦੀ, ਕੋਈ ਪਰਵਾਹ ਦੀ। ਕਪੱਤੀਆਂ ਵੀ ਹੁੰਦੀਆਂ ਨੇ, ਕੋਈ ਚੱਜੀਆਂ ਵੀ ਹੁੰਦੀਆਂ, ਕੋਈ ਬੁੱਧੀਆਂ ਵੀ ਹੁੰਦੀਆਂ, ਸਤ ਬੁੱਧੀ ਵਾਲੀਆਂ ਹੁੰਦੀਆਂ, ਸੁਹਾਗਣਾ ਹੁੰਦੀਆਂ, ਸੁਚੱਜੀਆਂ ਹੁੰਦੀਆਂ। ਗੁਰੂ ਸਾਹਿਬ ਨੇ ਸਾਰਿਆਂ ਤੇ ਔਰਤਾਂ ਦੇ ਬਾਣੀ ਲਿਖੀ ਹੈ। ਉਹਦੇ ਅੱਗੇ ਲਿਖਿਆ ਕੁਚੱਜੀ, ਫਿਰ ਲਿਖਿਆ ਸੁਚੱਜੀ, ਸੁਹਾਗਣ, ਦੁਹਾਗਣ, ਕਿ ਦੁਹਾਗਣਾ ਕਿਹੋ ਜਿਹੀਆਂ, ਸੁਹਾਗਣਾ ਕਿਹੋ ਜਿਹੀਆਂ, ਕਪੱਤੀਆਂ ਕਿਹੋ ਜਿਹੀਆਂ, ਤੇ ਸਤ ਬੁੱਧੀ ਵਾਲੀਆਂ ਕਿਹੋ ਜਿਹੀਆਂ। ਕਬੁੱਧੀਆਂ ਸਭ ਤੇ ਬਾਣੀ ਲਿਖੀ ਮਹਾਰਾਜ ਨੇ ਕਿ ਘਰ ਦਾ ਬੇੜਾ ਡੋਬਦੀਆਂ। ਐਸੀ ਸਬੁੱਧੀ ਵਾਲੀ ਘਰ ਵਿੱਚ ਨੂੰ ਆਈ, ਬਸ ਸਾਰੇ ਘਰ ਨੂੰ ਉਹਨੇ ਤਾਰਤਾ। ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਾਠ ਪੂਜਾ ਕਰਨੀ ਸ਼ੁਰੂ ਕਰਤੀ। ਜਿਸ ਘਰ ਵਿੱਚ ਕੋਈ ਬਾਣੀ ਨਹੀਂ ਪੜ੍ਹਦਾ ਸੀ, ਇਹ ਇਕੱਲੀ ਉੱਠ ਕੇ ਰੱਬ ਦਾ ਨਾਂ ਲੈਂਦੀ ਸੀ। ਇਹਦਾ ਸਹੁਰਾ ਵੀ ਲੱਗ ਗਿਆ, ਸੱਸ ਵੀ ਲੱਗ ਗਈ, ਪਤੀ ਵੀ ਲੱਗ ਗਿਆ। ਸਾਰਿਆਂ ਦੇ ਅੰਦਰ ਸਤਿਕਾਰ ਵਾਲੀ ਨਿਗਾਹ ਪੈਦਾ ਹੋ ਗਈ। ਕੋਈ ਇਹਨੂੰ ਮਾੜੀ ਅੱਖ ਨਾਲ ਨਹੀਂ ਦੇਖਦਾ। ਕਹਿੰਦੇ ਕਦੀ ਵੀ ਬੁਰਾ ਨਹੀਂ ਹੋ ਸਕਦਾ ਜਿਹਦੇ ਅੰਦਰ ਭਲਾ ਹੈ, ਉਹਦਾ ਕੋਈ ਬੁਰਾ ਨਹੀਂ ਕਰ ਸਕਦਾ। ਜਿਹਦੇ ਅੰਦਰ ਬੁਰਾ ਹੈ ਉਹਦਾ ਕਦੀ ਭਲਾ ਨਹੀਂ ਹੋ ਸਕਦਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੀ ਨਾ ਹੋਵੇ ਭਲਾ। ਜਿਹੜਾ ਪਰਾਈਆਂ ਬਗਾਨੇ ਆਪਣੇ ਅੰਦਰ ਸਮਝਦਾ ਹੈ ਉਹਦਾ ਭਲਾ ਕਿਵੇਂ ਹੋਏਗਾ। ਤੇ ਜਿਹੜਾ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ ਤਿਸ ਦਾ ਬੁਰਾ ਕਿਉਂ ਹੋਏ, ਕਿਉਂ ਬੁਰਾ ਹੋਏਗਾ। ਭਲਿਓ ਭਲਿਆਈ ਏ, ਬੁਰਿਓ ਬੁਰਿਆਈ ਏ। ਭਲਿਓ ਭਲਿਆਈ, ਬੁਰਿਓ ਬੁਰਿਆਈ, ਤੂੰ ਜੋ ਮਰਜ਼ੀ ਕਰ ਲਾ। ਅੱਜ ਤੇਰੇ ਪਾਸੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਮੈਨੂੰ ਕਹਿਣ ਲੱਗੇ, ਲੁਧਿਆਣੇ ਸੀ ਉਦੋਂ, ਕਹਿੰਦੇ ਭਾਈ ਤੇਰੇ ਵਾਸਤੇ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਾ, ਚੰਗਾ ਬੀਜ ਲਾ, ਤੈਨੂੰ ਠਾਠ ਮਿਲਿਆ, ਸੇਵਾ ਮਿਲੀਆਂ, ਡਿਊਟੀਆਂ ਮਿਲੀਆਂ, ਜਿੰਨੀ ਮਰਜ਼ੀ ਸੰਗਤ ਜੋੜ ਲਾ, ਨਾਮ ਜਪਾ ਲਾ, ਤੇਰੇ ਹੀ ਕੰਮ ਹੋਣਾ ਹੈ। ਜਿੰਨਾ ਨਾਮ ਜਪਾਏਗਾ, ਜਿੰਨਾ ਸੰਗਤ ਨੂੰ ਸੇਵਾ ਤੇ ਲਾਏਗਾ, ਸੇਵਾ ਕਰਾਏਗਾ, ਇਹ ਤੇਰੇ ਹੀ ਕੰਮ ਹੋਣਾ। ਸਾਰਾ ਕੁਝ ਉੱਥੇ ਰਹਿਣਾ, ਇਹ ਸਾਰਾ ਕੁਝ ਕਰਿਆ ਕਰ। ਆਖੋ ਸੀ ਹੁਣ ਗੁਰੂ ਤੋਂ ਬਚਨ ਮਿਲਦਾ ਹੈ।
ਇਹ ਗੁਰੂ ਦੇ ਜਿਹੜੇ ਫੈਰ ਹੁੰਦੇ ਆ ਨਾ, ਇਹ ਫੋਕੇ ਨਹੀਂ ਹੁੰਦੇ। ਗੁਰੂਆਂ ਦੇ ਫੈਰ ਜਿਹੜੇ ਖਾਲੀ ਨਹੀਂ ਹੁੰਦੇ। ਜਿਹੜਾ ਵੀ ਕਿਸੇ ਨੂੰ ਬਚਨ ਦਿੰਦੇ ਆ ਨਾ, ਉਹ ਨਾਲ ਦੀ ਨਾਲ ਅਸਰ ਹੋ ਜਾਂਦਾ। ਦੁਨੀਆ ਦੇ ਫੈਰ ਫੋਕੇ ਆ, ਮਹਾਂਪੁਰਸ਼ਾਂ ਦੇ ਤੁੱਕੇ ਨਹੀਂ, ਮਹਾਂਪੁਰਖਾਂ ਦੇ ਤੀਰ ਨੇ। ਦੁਨੀਆ ਦੇ ਤੁੱਕੇ ਆ, ਮਹਾਂਪੁਰਖਾਂ ਦੇ ਖਾਲੀ ਫੈਰ ਨਹੀਂ। ਉਹਨਾਂ ਨੇ ਬਚਨ ਕਰਤੇ, ਅੰਦਰ ਵੀ ਵਸਾ ਦੇ, ਬੁੱਧੀ ਵੀ ਬਣਾ ਦੇ। ਕਿਸਾਨ ਐਵੇਂ ਥੋੜ੍ਹਾ ਜ਼ਮੀਨ 'ਚ ਬੀਜ ਰੋੜਦਾ ਹੈ। ਬਣੀ ਖੇਤੀ ਵੇਖ ਕੇ ਉਦੋਂ ਹੀ ਬੀਜ ਪਾ ਦਿੰਦਾ। ਮਹਾਂਪੁਰਖ ਵੀ ਵੇਖ ਲੈਂਦੇ ਆ ਵੀ ਇਹਦਾ ਭਾਈ ਖੇਤ ਤਿਆਰ ਹੈ, ਉਸੇ ਸਮੇਂ ਬੀਜ ਪਾ ਦਿੰਦੇ ਆ। ਜਦੋਂ ਯੋਗ ਹੋਵੇ, ਭਾਂਡਾ ਧੋਏ ਬੈਸਤੂਬ ਦੇਵੋ ਤੋ ਦੂਧੇ ਕੋ ਜਾਓ। ਕਹਿੰਦੇ ਭਾਂਡਾ ਸਾਫ਼ ਕਰ ਲਓ, ਫਿਰ ਚੰਗੀ ਵਸਤੂ ਵੀ ਪੈ ਜਾਏਗੀ। ਮਹਾਂਪੁਰਸ਼ ਅਧਿਕਾਰੀ ਵੇਖ ਕੇ ਵਸਤੂਆਂ ਦਾ ਭੰਡਾਰ ਉਹਨਾਂ ਕੋਲ। ਬਾਬਾ ਮਹਾਰਾਜ ਨਾਮ ਸਿੰਘ ਜੀ ਕਹਿੰਦੇ ਸਾਨੂੰ ਹਰ ਇੱਕ ਦਾ ਕੰਮ ਕਰਨਾ ਪੈਂਦਾ। ਸਾਡੀ ਦਰਗਾਹੋਂ ਡਿਊਟੀ, ਮੁਸਲਮਾਨ ਦਾ, ਹਿੰਦੂ ਦਾ, ਪੰਡਤ ਦਾ, ਕੋਈ ਕਿਸੇ ਮਜ਼ਹਬ ਜਾਤ ਦਾ, ਜੇ ਅਸੀਂ ਉਹਦੀ ਨਾ ਸੁਣੀਏ, ਉਹਦੀ ਭਾਵਨਾ ਪੂਰੀ ਨਾ ਕਰੀਏ, ਤੇ ਸਾਨੂੰ ਦਰਗਾਹੋਂ ਪੁੱਛਗਿੱਛ ਹੋ ਜਾਂਦੀ। ਬਾਬਾ ਨੰਦ ਸਿੰਘ ਜੀ ਨੇ ਕੰਜਰੀ ਨੂੰ ਨਾ ਵੜਨ ਦਿੱਤਾ, ਉਹ ਤਰਲੇ ਲਵੇ ਕੀਰਤਨ ਨਾ ਕਰਨ ਦਿੱਤਾ। ਗੁਰੂ ਨਾਨਕ ਸਾਹਿਬ ਦੀ ਦਰਗਾਹ 'ਚ ਪੁੱਛਗਿੱਛ ਹੋ ਗਈ ਕਿ ਮਹਾਂਪੁਰਸ਼ੋ, ਕੰਜਰੀਆਂ ਨੂੰ ਕਿੰਨੇ ਤਾਰਨਾ? ਤੁਹਾਡੇ ਦਰ ਤੇ ਫਰਿਆਦਾ ਕਰਦੀ ਰਹੀ, ਸਾਰਾ ਦਿਨ ਬੈਠੀ ਰਹੀ, ਉਹਦਾ ਸ਼ਬਦ ਸੁਣ ਲੈਣਾ ਸੀ। ਬਾਬਾ ਜੀ ਦੀ ਮਰਜ਼ਾਦਾ ਸੀ ਬੀਬੀਆਂ ਤੋਂ ਨਹੀਂ ਮੱਥੇ ਲਾਉਣਾ, ਉਹਨਾਂ ਨਾਲ ਨਹੀਂ ਗੱਲਾਂ ਬਾਤਾਂ ਕਰਨੀਆਂ। ਗੁਰੂ ਨਾਨਕ ਸਾਹਿਬ ਨੇ ਪੁੱਛਗਿੱਛ ਕੀਤੀ, ਕੰਜਰੀਆਂ ਨੂੰ ਕਿੰਨੇ ਤਾਰਨਾ ਹੈ? ਤੁਸੀਂ ਨਫ਼ਰਤ ਕਰੋਗੇ, ਕਿੰਨੇ ਤਾਰਨਾ ਹੈ? ਬਾਬਾ ਜੀ ਕਹਿੰਦੇ ਗਰੀਬ ਨਵਾਜ਼, ਭੁੱਲੋ ਗਈ, ਹੁਣ ਕਿਰਪਾ ਕਰ ਦਿਓ, ਉਹਨੂੰ ਬੁਲਾ ਕੇ ਉਹਦਾ ਕੀਰਤਨ ਸੁਣਾਂਗੇ, ਵਿਧੀ ਬਣਾ ਦਿਓ। ਵਿਧੀ ਬਣ ਗਈ। ਜਗਰਾਉਂ ਦੀ ਲੋਪੋ ਗੁਆੜ ਦੀ ਸੰਗਤ ਜਿੱਥੇ ਉਹ ਰਹਿੰਦੀ ਸੀ ਕੰਜਰੀ, ਉਹ ਸੰਗਤ ਆ ਗਈ, ਬਾਬਾ ਜੀ ਸਾਡੇ ਦਰਸ਼ਨ ਦਿਓ, ਦੀਵਾਨ ਲਾਓ। ਬਾਬਾ ਜੀ ਨੇ ਦੀਵਾਨ ਲਾਇਆ। ਮੌਲਵੀ, ਉਹ ਮੁਸਲਮਾਨ ਨਹੀਂ ਸੀ, ਮੌਲਵੀ ਕਹਿੰਦਾ ਬਾਬਾ ਜੀ ਸਾਡੀ ਮਸੀਤ 'ਚ ਵੀ ਲਾਓ। ਬਾਬਾ ਜੀ ਕਹਿੰਦੇ ਮਸੀਤ 'ਚ ਤੈਨੂੰ ਕੱਢ ਦੇਣਗੇ, ਮੁਸਲਮਾਨ ਤੇਰਾ ਬੈਰੀ ਹੋ ਜਾਣਗੇ। ਕਹਿੰਦੇ ਜੋ ਮਰਜ਼ੀ ਹੋ ਜੇ, ਚਰਨ ਪਾਓ। ਦੀਵਾਨ ਲੱਗਿਆ, ਸਭ ਨੂੰ ਸੱਦ ਲਿਆ। ਬਾਬਾ ਜੀ ਨੇ ਕਿਹਾ ਵੀ ਉਸ ਕੰਜਰੀ ਨੂੰ ਵੀ ਸੱਦਿਓ ਭਾਈ। ਉਹਨੂੰ ਸੱਦ ਕੇ ਫਿਰ ਉਹਦੀ ਵੀ ਹਾਜ਼ਰੀ ਲਵਾਈ। ਜਿਹਨੂੰ ਗਈ ਨੂੰ ਵਾਰ-ਵਾਰ ਬੇਨਤੀਆਂ ਕਰੇ, ਸਾਰਾ ਦਿਨ ਕਰਦੀ ਰਹੀ। ਆਪਦੇ ਸਾਜੀ ਲੈ ਕੇ ਗਈ ਨਾਲ, ਪਰ ਬਾਬਾ ਜੀ ਨੇ ਨਹੀਂ ਸੁਣਿਆ ਉਹਦਾ ਸ਼ਬਦ ਕੀਰਤਨ। ਖਾਲੀ ਮੋੜਤਾ। ਅੱਜ ਬਾਬਾ ਜੀ ਨੇ ਸੱਦਿਆ ਉਹਨੂੰ, ਸੱਦ ਕੇ ਉਹਦੀ ਹਾਜ਼ਰੀ ਲਵਾਈ। ਬਾਬਾ ਜੀ ਕਹਿੰਦੇ ਸੀ ਸਾਨੂੰ ਵੀ ਪੁੱਛਗਿੱਛ ਹੁੰਦੀ ਏ, ਜੇ ਅਸੀਂ ਆਏ ਦੀ ਹਰ ਇੱਕ ਦੀ ਮਨੋਰਥ ਭਾਵਨਾ ਨੂੰ ਨਹੀਂ ਸਮਝਦੇ। ਮੁਸਲਮਾਨਾਂ ਨੂੰ ਵੀ ਰਸਤਾ ਦੇਣਾ ਪੈਂਦਾ ਹੈ, ਹਿੰਦੂਆਂ ਨੂੰ ਵੀ ਦੇਣਾ ਪੈਂਦਾ ਹੈ, ਗਰੀਬਾਂ ਨੂੰ, ਭਿਖਾਰੀਆਂ ਨੂੰ, ਮੰਗਤਿਆਂ ਨੂੰ, ਕੋੜੀਆਂ ਨੂੰ। ਜਿਹੜਾ ਇੱਥੇ ਦੀਨ ਹੋ ਕੇ ਆ ਕੇ ਢਹਿ ਪਿਆ, ਉਹਦਾ ਹਾਲ ਸਾਨੂੰ ਵੇਖਣਾ ਹੀ ਪੈਂਦਾ ਹੈ। ਆਖੋ ਜੀ ਵਾਹਿਗੁਰੂ। ਜਿਹੜਾ ਇੱਥੇ ਬੇਹਾਲ ਹੋ ਕੇ ਡਿੱਗ ਪਿਆ, ਉਹਦਾ ਹਾਲ ਮਹਾਂਪੁਰਸ਼ਾਂ ਨੂੰ ਤੱਕਣਾ ਹੀ ਪੈਂਦਾ ਹੈ। ਜਿਹੜਾ ਦਰ ਤੇ ਆਇਆ,
ਇਹ ਰੂਮੀ ਵਾਲਾ ਡੇਰਾ ਮਸ਼ਹੂਰ ਸੀ ਕਿ ਇੱਥੇ ਰੋਟੀ ਮਿਲ ਜਾਂਦੀ। ਰੋਟੀ ਦੀ ਬੜੀ ਔਖਿਆਈ ਸੀ ਉਹਨਾਂ ਸਮਿਆਂ 'ਚ। ਲੋਕ ਇੱਧਰ ਉੱਧਰ ਵਪਾਰੀ ਆਉਂਦੇ ਜਾਂਦੇ ਸੀ ਤੇ ਕਹਿੰਦੇ ਡੇਰੇ ਰੂਮੀ ਵਾਲੇ 'ਚ ਰੋਟੀ ਖਾ ਲਓ। ਲੋਕੀ ਕਹਿੰਦੇ ਸੀ ਪਾਂਧੀਆਂ ਨੂੰ ਉੱਥੋਂ ਮਿਲ ਜੇਗੀ। ਬਾਬਾ ਜੀ ਦੀ ਨਿਗਾਹ ਹੁੰਦੀ ਸੀ ਜਿਹੜਾ ਵੀ ਆਉਂਦਾ ਸੀ ਰਾਹੀ ਪਾਂਧੀ ਕੋਈ ਰੋਟੀ ਖਾਂਦਾ ਹੀ ਨਾ। ਕਈ ਵਾਰੀ ਬਾਬਾ ਜੀ ਕਹਿੰਦੇ ਸੀ ਇਹਨਾਂ ਨੂੰ ਬੁਲਾਓ, ਆ ਜਿਹੜੇ ਰੋਟੀ ਖਾਣ ਆਏ ਨਾ ਇਹਨਾਂ ਨੂੰ ਬੁਲਾਓ ਸਾਡੇ ਕੋਲ। ਚੋਰ ਆ ਗਏ, ਚੋਰ ਚੋਰੀਆਂ ਕਰਨ ਵਾਲੇ ਜਿਹੜੇ ਹਰ ਇੱਕ ਦੇ ਘਰ ਜਾਂਦੇ ਆ ਤੇ ਤੱਕਦੇ ਆ ਕਿੱਥੋਂ ਭੱਜਣਾ ਹੈ, ਕਿਵੇਂ ਘਰ 'ਚ ਵੜਨਾ ਹੈ, ਕਿਵੇਂ ਚੋਰਾਂ ਦਾ ਘਰ ਭੰਨਣਾ ਹੈ। ਘਰ 'ਚ ਜਾ ਕੇ ਭੇਦ ਪਾ ਲੈਂਦੇ ਆ। 3 ਭਾਈ ਨੇ, 1 ਬੀਬੀ ਹੈ, ਭੇਦ ਪਾ ਲੈਂਦੇ ਆ। ਹੁਣ ਰੋਟੀ ਖਾਣੀ ਸੀ, ਡੇਰੇ 'ਚ ਆ ਗਏ, ਆਏ ਤਾਂ ਚੋਰੀ ਕਰਨ। ਇੱਧਰੋਂ ਚੋਰੀ ਕਰਦੇ ਸੀ, ਦੂਰ ਨਿਕਲ ਜਾਂਦੇ ਸੀ, ਦੂਜੇ ਪਾਸਿਓਂ ਕਰਦੇ ਸੀ, ਦੂਰ ਨਿਕਲ ਜਾਂਦੇ ਸੀ। ਪਤਾ ਸੋਰੀ ਨਾ ਰਹੇ, ਬਣੇ ਸੀ ਮੰਗਤੀ। ਬਾਬਾ ਜੀ ਨੇ ਵੇਖ ਲਿਆ ਕੋਈ ਭਲਾ ਚਿਤਵ ਕੇ ਨਹੀਂ ਆਏ, ਕੋਈ ਨਾਮ ਜਪਣ ਲਈ ਨਹੀਂ ਆਏ, ਕੋਈ ਸੰਤਾਂ ਦੀ ਸੇਵਾ ਕਰਨ ਲਈ ਨਹੀਂ ਆਏ, ਕੋਈ ਦਰਸ਼ਨ ਕਰਨ ਨਹੀਂ ਆਏ, ਰੋਟੀ ਖਾਣ ਆਏ। ਆਇਆ ਤੇ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਪੈ ਗਈ, ਇਹ ਤਾਂ ਚੋਰੀਆਂ ਕਰਨ ਵਾਲੇ ਆ। ਆਖੋ ਤੇ ਇਹ ਗੁਰੂ ਨਾਨਕ ਦਾ ਘਰ ਏ। ਭੂਮੀਆਂ ਚੋਰ ਉਹਨੂੰ ਵੀ ਤਾਰਨਾ, ਚੋਰਾਂ ਨੂੰ ਵੀ ਤਾਰਨਾ। ਭਟਕੇ ਹੋਏ ਆ ਰੱਬ ਦੇ ਰਾਹ ਤੋਂ। ਸੈਂਸੀ ਸੀ ਜਾਤ ਉਹੋ ਜੀ ਸੀ। ਬਾਬਾ ਜੀ ਆਪਣੇ ਕੋਲ ਮੰਗਾ ਲਿਆ ਟਿੱਲੇ ਤੇ, ਹੱਥ ਪੈਰ ਧੋ ਕੇ ਬਾਬਾ ਜੀ ਦੇ ਕੋਲ ਪਹੁੰਚ ਗਏ। ਉਹੋ ਜਿਹੇ ਸੀ, ਦੂਰ ਖੜ ਗਏ, ਹੱਥ ਵਿੱਚ ਸੋਟੀ ਹੈ ਲੜਕੀ ਦੇ। ਤਿੰਨੇ ਭਾਈ, ਚੌਥੀ ਭੈਣ ਸੰਤਾਂ ਕੋਲ ਖੜੇ, ਕੰਬ ਕੇ ਡਰ ਗਏ। ਬਾਬਾ ਜੀ ਨੇ ਕਿਹਾ ਤੁਸੀਂ ਕੌਣ ਹੋ? ਉਹ ਲੜਕੀ ਕਹਿੰਦੀ ਬਾਬਾ ਜੀ ਅਸੀਂ ਚੋਰ ਹਾਂ। ਆਖੋ ਵਾਹਿਗੁਰੂ। ਬਾਬਾ ਜੀ ਤਾਂ ਜਾਣਦੇ ਸੀ ਸੱਚ ਬੋਲਣ ਵਾਸਤੇ ਵੀ ਵੱਡਾ ਦਿਲ ਚਾਹੀਦਾ। ਪਰ ਮਹਾਂਪੁਰਸ਼ਾਂ ਨੇ ਕਿਹਾ ਸਾਡੇ ਕੋਲ ਸੱਚ ਆਖਿਆ, ਇਹਨਾਂ ਨੂੰ ਕਿਹੜੀ ਵਸਤੂ ਦੇਈਏ? ਉਹ ਦੇਈਏ ਜਿਹੜਾ ਇਹਨਾਂ ਦੀ ਗਰੀਬੀ, ਕੰਗਾਲਪੁਣਾ, ਦੁੱਖ ਭੁੱਖ ਜਨਮਾਂ ਤੋਂ ਚੱਕਦੇ। ਸੱਚ ਬੋਲਣ ਵਾਲੇ ਨੂੰ। ਝੂਠ ਨਾ ਬੋਲ ਪਾਂਡੇ, ਸੱਚ ਕਹੀਏ। ਗੁਰੂ ਸਾਹਿਬ ਕਹਿੰਦੇ ਝੂਠ ਨਾ ਬੋਲ, ਸੱਚ ਆਖ। ਤੇਰੀ ਕਰਤੂਤ ਕੀ ਹੈ, ਕੰਮ ਕਿਹੋ ਜਿਹੇ ਕਰਦਾ ਕੀ ਹੈ? ਬਾਹਰੋਂ ਮੰਗਤੇ ਬਣੇ, ਅੰਦਰੋਂ ਚੋਰ ਨਹੀਂ। ਇਹ ਨਹੀਂ ਕਿਹਾ ਬਾਬਾ ਜੀ ਅਸੀਂ ਮੰਗਤੇ ਹਾਂ। ਉਹ ਕੁੜੀ ਬੋਲ ਪਈ ਬਾਬਾ ਜੀ ਚੋਰ। ਕਿਉਂ? ਕਿ ਸੰਤ ਹੁੰਦੇ ਨੇ ਅੰਤਰਜਾਮੀ। ਆਖੋ ਇਹਨਾਂ ਨੂੰ ਸਭ ਪਤਾ ਹੈ। ਕਹਿੰਦੇ ਤੂੰ ਬੜਾ ਸੱਚ ਬੋਲਿਆ, ਚੋਰ ਕਿਵੇਂ ਜੇ? ਕਹਿੰਦੇ ਬਾਬਾ ਜੀ ਦਿਨੇ ਅਸੀਂ ਘਰਾਂ 'ਚ ਮੰਗਦੇ ਹਾਂ, ਰਾਤੀ ਕਰਦੇ ਹਾਂ ਚੋਰੀਆਂ, ਤਾਂ ਅਸੀਂ ਮੰਗਤੇ ਬਣੇ ਹੋਏ ਹਾਂ। ਇੱਥੇ ਲੰਗਰ ਛਕਣ ਆਏ ਸੀ। ਕਹਿੰਦੇ ਚੋਰੀਆਂ ਜੇ ਤੁਹਾਨੂੰ ਫੜ ਲੇ ਕੋਈ, ਤੂੰ ਕੁੜੀ ਲੜਕੀ ਹੈ, ਜਵਾਨ ਹੈ, ਦਿਲ ਥੋੜਾ ਹੁੰਦਾ ਹੈ। ਕਹਿੰਦੀ ਜੀ ਮੇਰਾ ਦਿਲ ਬੜਾ ਕਰੜਾ ਹੈ, ਮੈਂ ਤਾਂ ਬਿਜਲੀ ਵਾਂਗੂ ਪੈਣੀ ਆ। ਜੇ ਕੋਈ ਕਿਤੇ ਪਤਾ ਲੱਗ ਜੇ ਆ ਸੋਟੀ ਘੁਮਾਵਾਂਗੀ, ਕੋਈ ਨੇੜੇ ਨਹੀਂ ਆਉਣਾ ਕਰਦਾ ਭਰਾ ਮੇਰੇ। ਅਸੀਂ ਭੱਜ ਕੇ ਨਿਕਲ ਜਾਂਦੇ, ਇਲਾਕਾ ਹੀ ਛੱਡ ਜਾਂਦੇ ਅਸੀਂ ਰਾਤੋਂ ਰਾਤ। ਚੋਰੀਆਂ ਕਰਦੇ ਹਾਂ। ਬਾਬਾ ਜੀ ਕਹਿੰਦੇ ਤੂੰ ਸੱਚ ਬੋਲਿਆ, ਆ ਸੋਟੀ ਸਾਨੂੰ ਦੇ ਦੇ, ਅਸੀਂ ਤੈਨੂੰ ਰਾਣੀ ਬਣਾ ਦਿੰਦੇ। ਆਖੋ ਸੀ ਆ ਸੋਟੀ ਸਾਨੂੰ ਦੇ ਦੇ। ਉਹਨੇ ਸੋਟੀ ਬਾਬਾ ਜੀ ਨੂੰ ਦੇਤੀ। ਦਿਆਲ ਹੋ ਕੇ ਮਹਾਂਪੁਰਸ਼
छोटी जी सोटी दी लैके हुण देखदे नूं बनाइए की आखो सी। ਵਾਹਿਗੁਰੂ उन्हां दी दयालता भावें पानी दा गिलास लैके समुंदर बख्श देन, भावें एक बुरकी खा के जिंदगी भर दियां रोटियां दे देन, एक लीर लैके द्रौपदी दी पत रख दी आखो। एक लीर ही चीर अंबार बन गई। एक लीर पाड़ के साड़ी नालों साधु नूं दित्ती शरीर ढकण लई। उन्हें कहा जा बीबा तेरी पत रखू परमात्मा। कहंदे ढेरां दे ढेर साड़ियां लग गईयां, वो लीर ही नहीं मुक्की। एक लीर ही चीर अंबीर। एक रिखी दरियाए इशनान करदा, उसदी रुड़ लक दी रुड़ कंपीन गई सी। कंडे खड़ी द्रौपता ताड़ गई, पाड़ कपड़ा उस कंपीन दई सी। वो चप्पा जिन्नी लीर दान की, वो लीर ही चीर अंबार बन गई सी। एक थोड़ी जी लीर दान की, वो लीर साड़ियां दे ढेर ला दे। कहंदे मर्जी महापुरखां दी किन्नी कु कीमत पाउंदे आ। साधु दे हट ते सौदा वेखदा है। पढ़ लो सारे। जेड़े कौडियां खरीदण वाले लालां दी की सार जानदे। जेड़े कौडियां खरीदण वाले लालां दी की सार जानदे। जेड़े कौडियां खरीदण वाले लालां दी की सार जानदे। जेड़े कौडियां खरीदण वाले लाला दी की सार जानदे। जेड़े कौडियां खरीदण वाले लाला दी की सार जानदे। कौडियां खरीदण वाले लाला दी की सार आदमी वाल गल च पे, कपड़े पाटे हुए, कुत्ते मगर लगे हुए, बाबा जी दे डेरे च वड़ गया। हुण वो शदाई पागल होया, दिमाग अपसैट। अगे बाबा जी की निगाह पै गई। कहते उन्होंने लियाओ जिंदे वाल खिल रहे ना, कपड़े पाटे हुए ने, इनू लियाओ साढ़े कोल। लिया तो बाबा जी दे सामने आ गया। सुध गुद गवाई बैठा है। बाबा जी कहते सरदार है सरदार। कहते सरदार ये जैलदार सी आखो सी। सारा कुछ इंदा लुटिया गया। ये कमला हो गया, पागल हो गया। एक नूं पिंड चो सद के संगी सी, वो फीम फूम खांदा सी। बाबा जी कह लगे इनू आपदे घरे लै जा, नवा धवा। ये सरदार है जैलदार है, जे शराब मंगे शराब भी देनी पीण नूं, फीम मंगे तो फीम भी देनी। सरदार आदमी पींदे खांदे आ। कोई भी कहे इहदी मनसा पूरी करनी। जदों असीं छुट्टी देंगे उदों इहनूं भेजना। उन्होंने नवाया तो आया, कपड़े पवाए,
ਖਾਣ ਨੂੰ ਪੀਣ ਨੂੰ ਸ਼ਰਾਬ ਵੀ ਮੰਗੇ ਤੇ ਦੇਣੀ, ਫੀਮ ਵੀ ਦੇਣੀ। ਉਹ ਹੋਸ਼ 'ਚ ਆ ਗਿਆ, ਸ਼ੁੱਧ ਹੋ ਗਿਆ, ਆਪਣੇ ਆਪ ਸ਼ਰਮ ਕਰਨ ਲੱਗਾ। ਰੋਜ਼ ਬਾਬਾ ਜੀ ਕੋਲ ਜਾਣਾ ਵੀ ਮੈਂ ਫੀਮ ਖਾਵਾਂ, ਸ਼ਰਾਬ ਪੀਵਾਂ। ਬਾਬਾ ਜੀ ਨੇ ਉਹਦੇ ਤੇ ਕਿਰਪਾ ਕਰਤੀ, ਆਪਣੇ ਆਪ ਬੁਰਾਈਆਂ ਤੋਂ ਦੂਰ ਹੋ ਗਿਆ। ਬਾਬਾ ਜੀ ਨੇ ਕੋਈ ਮਨਾ ਨਹੀਂ ਕੀਤਾ, ਸਰਦਾਰਾਂ ਵਾਂਗੂ ਰੱਖਣਾ ਹੈ। ਡੇਰੇ 'ਚ ਮੰਜਾ ਨਹੀਂ ਸੀ, ਕਹਿੰਦੇ ਮੰਜੇ ਤੇ ਪਲੰਘ ਤੇ ਸੌਣਾ ਹੈ। ਬਾਬਾ ਜੀ ਕਹਿੰਦੇ ਭਾਈ ਤੈਨੂੰ ਅਸੀਂ ਦੱਸਿਆ ਉਹਨੇ ਜੀ, ਮੇਰੀਆਂ ਜੈਲਦਾਰੀਆਂ ਗਈਆਂ, ਜ਼ਮੀਨਾਂ ਗਈਆਂ, ਪਰਿਵਾਰ ਪਤਾ ਨਹੀਂ ਘਰ ਵਾਲੀ ਕਿੱਥੇ ਚਲੀ ਗਈ, ਸਭ ਕੁਝ ਹੀ ਉੱਜੜ ਗਿਆ। ਕਹਿੰਦੇ ਤੈਨੂੰ ਜ਼ਮੀਨਾਂ ਦੇ ਕੇ ਜੈਲਦਾਰ ਬਣਾ ਕੇ ਘੋੜੀ ਤੇ ਚੜਾ ਕੇ ਪਿੰਡ ਭੇਜਾਂਗੇ। ਆਖੋ ਸੀ ਮੋਗੇ ਦੇ ਨੇੜੇ ਦਾ ਸੀ। ਕੁਝ ਦੇਰ ਰੱਖਿਆ, ਫਿਰ ਛੁੱਟੀ ਦੇਤੀ, ਜਾ ਆਪਦੀਆਂ ਜ਼ਮੀਨਾਂ ਲੈ ਲਾ, ਰਿਸ਼ਤੇਦਾਰਾਂ ਨੂੰ ਮਿਲ ਲਾ। ਉਹ ਬਾਬਾ ਜੀ ਤੋਂ ਛੁੱਟੀ ਲੈ ਕੇ ਪੰਮੀਪੁਰੇ ਆ ਗਿਆ। ਉੱਥੇ ਰਿਸ਼ਤੇਦਾਰੀ ਸੀ। ਉਹਨਾਂ ਕਿਹਾ ਵੀ ਤੇਰੇ ਤਾਂ ਭੋਗ ਵੀ ਪੈ ਗਏ, ਪਾਠ ਵੀ ਹੋ ਗਏ, ਤੂੰ ਤਾਂ ਮਰ ਗਿਆ ਸੀ। ਉਹਨੇ ਦੱਸਿਆ ਮੈਂ ਤਾਂ ਇਸ ਤਰ੍ਹਾਂ ਰੁਲਦਾ ਖੁੱਲਦਾ ਪੁੱਛੋ ਚਲਾ ਗਿਆ, ਉੱਥੇ ਸੰਤਾਂ ਨੇ ਮੈਨੂੰ ਸੰਭਾਲਿਆ। ਬੜਾ ਮਾਣ ਸਨਮਾਨ ਨਾਲ ਰੱਖਿਆ, ਖਾਣ ਪੀਣ ਦੀ ਕੋਈ ਪਰਹੇਜ਼ ਨਹੀਂ। ਅਜੇ ਸੰਤ ਸੀ, ਫਿਰ ਵੀ ਉਹਨਾਂ ਨੇ ਕਿਹਾ ਵੀ ਇਹ ਜੋ ਪੀਣੀ ਚਾਹੇ ਸ਼ਰਾਬ ਵੀ ਦੇਣੀ ਹੈ, ਫੀਮ ਵੀ ਦੇਣੀ ਹੈ। ਇਹਨਾਂ ਮੈਨੂੰ ਸੰਭਾਲਿਆ। ਤੇ ਹੁਣ ਉਹਨਾਂ ਨੇ ਮੈਨੂੰ ਕਿਹਾ ਵੀ ਵਚਨ ਦਿੱਤਾ ਵੀ ਤੂੰ ਘੋੜੀ ਤੇ ਚੜ੍ਹ ਕੇ ਸਰਦਾਰ ਬਣ ਕੇ ਘਰੇ ਜਾਏਗਾ। ਕਹਿੰਦੇ ਬਿਲਕੁਲ ਸੱਚਾ ਹੈ। ਤੂੰ ਤੇਰੀਆਂ ਜ਼ਮੀਨਾਂ ਨਿਕਲ ਆਈਆਂ ਪਾਕਿਸਤਾਨ 'ਚ, ਤੇ ਫਿਰੋਜ਼ਪੁਰ ਚਲਾ ਜਾ, ਉੱਥੇ ਦਫ਼ਤਰ ਵਿੱਚ ਜਾ ਕੇ ਹਾਜ਼ਰ ਹੋ ਜਾ, ਆਪਦਾ ਹਵਾਲਾ ਦੇ ਕੇ ਹੂਬਹੂ ਆਪਣਾ ਦੇ ਕੇ ਤੇ ਸਾਰੀਆਂ ਜ਼ਮੀਨਾਂ ਲੈ ਲਾ। ਫਿਰੋਜ਼ਪੁਰ ਦਫ਼ਤਰ 'ਚ ਗਿਆ, ਉੱਥੋਂ ਸਾਰਾ ਕਢਾਇਆ, ਜ਼ਮੀਨਾਂ ਵੀ ਮਿਲ ਗਈਆਂ ਪਿੱਛੇ ਜਿਹੜੀਆਂ ਦੱਬੀਆਂ ਗਈਆਂ ਸੀ, ਤੇ ਸਾਰਾ ਕੁਝ ਮਿਲ ਗਿਆ। ਬਾਬਾ ਜੀ ਦੀ ਮਿਹਰ ਹੋਈ, ਜ਼ਮੀਨਾਂ ਲੈ ਕੇ ਆਪਦੇ ਨਾਂ ਕਰਵਾ ਕੇ ਕਬਜ਼ਾ ਲੈ ਕੇ ਘੋੜੀ ਤੇ ਚੜ੍ਹ ਕੇ ਪਿੰਡ ਆਪਣੇ ਗਿਆ। ਕੋਕਰੀ ਦਾ ਸੀ ਕਿ ਨਾਲ ਦਾ ਪਿੰਡ ਸੀ ਕੋਕਰੀ ਦੇ। ਉਹ ਕਿੱਥੋਂ ਦੇ ਸੰਤ ਜਿਹੜੇ ਕੀਰਤਨ ਕਰਦੇ ਆ, ਮੋਗੇ ਦੇ ਨਾਲ, ਕੋਕਰੀ ਦੇ ਨਾਲ ਹੀ। ਚਿਮਟੇ ਵਾਲੇ ਆ, ਰੌਲੀ ਪਿੰਡ ਵਿੱਚ ਫਿਰ ਸਰਦਾਰ ਬਣ ਕੇ ਘੋੜੀ ਤੇ ਚੜ੍ਹ ਕੇ ਜ਼ਮੀਨਾਂ ਦਾ ਮਾਲਕ ਬਣ ਕੇ। ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਾਰ। ਅੰਮ੍ਰਿਤ ਭਰੀ ਦ੍ਰਿਸ਼ਟੀ ਕਰਦੇ ਨੇ, ਕੀ ਨਹੀਂ ਦੇ ਸਕਦੇ। ਇਹਨਾਂ ਨੇ ਚੋਰੀ ਕੀਤੀ, ਸੋਟੀ ਲੈ ਕੇ ਕਹਿੰਦੇ ਤੈਨੂੰ ਰਾਣੀ ਬਣਾ ਦਿੰਦੇ। ਸੋਟੀ ਲੈ ਲਈ, ਇਹ ਬਾਬਾ ਜੀ ਦੇ ਦਰਸ਼ਨ ਕਰਕੇ ਨਿਕਲ ਗਏ। ਸੇਵਾਦਾਰ ਵੀ ਖੜੇ ਸੀ ਸਾਰੇ। ਵੇਖਿਆ ਵੀ ਹੁਣ ਇਹ ਇਲਾਕਾ ਛੱਡ ਜੀਏ, ਦੂਰ ਚਲੇ ਜਾਈਏ। ਸਾਡਾ ਪਤਾ ਤਾਂ ਲੱਗ ਗਿਆ ਵੀ ਚੋਰ ਨੇ। ਬਹਾਵਲਪੁਰ ਵੱਲ ਨਿਕਲ ਗਏ। ਪਾਕਿਸਤਾਨ ਦਾ ਇਲਾਕਾ ਸੀ, ਅਜੇ ਨਹੀਂ ਬਣਿਆ ਸੀ ਪਾਕਿਸਤਾਨ ਹਿੰਦੁਸਤਾਨ। ਬਹਾਵਲਪੁਰ ਜਾ ਕੇ ਚੋਰੀ ਕੀਤੀ। ਚੋਰੀ ਕਰਦਿਆਂ ਹੀ ਫੜੇ ਗਏ। ਇਹ ਨਹੀਂ ਸੋਚਿਆ ਕਿ ਸੰਤਾਂ ਦੇ ਦਰਸ਼ਨ ਕਰਕੇ ਆਏ ਹਾਂ, ਕਦੀ ਕਾਬੂ ਨਹੀਂ ਆਏ ਸੀ, ਪਰ ਅੱਜ ਅਸੀਂ ਸਾਰੇ ਹੀ ਫੜੇ ਗਏ। ਫਾਇਦਾ ਕੀ ਹੋਇਆ? ਇਹ ਤਾਂ ਸੰਤਾਂ ਦੇ ਬਚਨ ਜਿਹੜੇ ਕਹਿੰਦੇ ਆ ਨਾ, ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਤੈਨੂੰ ਬਾਅਦ 'ਚ ਪਤਾ ਲੱਗੇ। ਮਹਾਂਪੁਰਸ਼ਾਂ ਦੇ ਬਚਨ ਵੀ ਤੈਨੂੰ ਬਾਅਦ 'ਚ ਦੱਸਣਗੇ ਕੀ ਚੀਜ਼ ਨੇ। ਅਜੇ ਨਹੀਂ ਪਤਾ ਲੱਗਣਾ ਕਿ ਸਾਧੂਆਂ ਦੇ ਬਚਨ ਕੀ ਨੇ।
ਸਾਧੂਆਂ ਦੇ ਬਚਨ ਨੇ ਬੀਜ ਜ਼ਮੀਨ 'ਚ ਰੱਖਿਆ, ਬੂਟਾ ਹੋਏਗਾ, ਫਲ ਲੱਗਣਗੇ, ਫਿਰ ਆਖੇਗਾ ਵੀ ਆ ਇਹ ਮਹਾਂਪੁਰਖਾਂ ਦੇ ਬਚਨ। ਕਿਰਪਾ ਹੋ ਗਈ, ਇਹ ਫੜੇ ਗਏ, ਜੇਲ੍ਹ 'ਚ ਦੇਤਾ। ਉੱਥੋਂ ਦਾ ਨਵਾਬ ਕੈਦੀਆਂ ਨੂੰ ਵੇਖਣ ਆਇਆ, ਮਿਹਰਬਾਨ ਹੋਇਆ ਕੋਈ ਹੁੰਦਾ ਹੋਏਗਾ ਦਿਨ ਦਿਹਾੜਾ। ਘਰ ਉਹਦੇ ਔਲਾਦ ਨਹੀਂ ਸੀ, ਪੁੱਤਰ ਨਹੀਂ ਸੀ ਘਰੇ। 1 2 3 ਸ਼ਾਦੀਆਂ ਵੀ ਕਰਾਈਆਂ ਸੀ, ਬੇਗਮਾਂ ਸੀ, ਪਰ ਪੁੱਤਰ ਨਹੀਂ ਸੀ। ਮਿਹਰਬਾਨ ਹੋਇਆ ਕੈਦੀਆਂ ਨੂੰ ਦੇਖਣ ਆਇਆ। ਇਸ ਲੜਕੀ ਜਵਾਨ ਨੂੰ ਵੇਖ ਕੇ ਕਹਿੰਦਾ ਇਹਨੂੰ ਮੇਰੇ ਮਹਿਲਾਂ 'ਚ ਛੱਡਿਓ, ਇਹਨੂੰ ਮੈਂ ਰਾਣੀ ਬਣਾਵਾਂ। ਇਹਨੂੰ ਕਿਉਂ ਫੜਿਆ ਜੀ? ਚੋਰੀਆਂ ਕਰਦੇ ਸੀ, ਭੈਣ ਭਰਾ ਨੇ, 3 ਦੇ ਭਰਾ ਨੇ। ਉਹਨੇ ਉੱਥੇ ਮਹਿਲਾਂ ਛੱਡਿਓ, ਇਹਦੇ ਨਾਲ ਨਿਕਾਹ ਪੜਿਆ ਜਾਏਗਾ। ਉਹਦੇ ਨਾਲ ਨਿਕਾਹ ਪੜਿਆ, ਸ਼ਾਦੀ ਕੀਤੀ, ਭਰਾਵਾਂ ਨੂੰ ਵੀ ਸੱਦ ਲਿਆ, ਉਹਨਾਂ ਨੂੰ ਪਿੰਡ ਦੇ ਤੇ ਜ਼ਮੀਨਾਂ ਦੇ ਦਿੱਤੀਆਂ, ਜਾਓ ਆਪਦਾ ਕਰੋ ਤੇ ਖਾਓ। ਇਹਨੂੰ ਬੇਗਮ ਬਣਾ ਲਿਆ। ਇਹਨੂੰ ਬਾਬਾ ਜੀ ਦਾ ਬਚਨ ਯਾਦ ਸੀ, ਤੂੰ ਸਾਨੂੰ ਸੋਟੀ ਦੇ ਦੇ, ਅਸੀਂ ਤੈਨੂੰ ਰਾਣੀ ਬਣਾ ਦਿੰਦੇ। ਆਖੋ ਚੋਰੀਆਂ ਕਿਉਂ ਕਰਨੀਆਂ? ਕਹਿੰਦੇ ਬਾਬਾ ਜੀ ਕੋਲ ਕੋਈ ਨਹੀਂ, ਭੁੱਖੇ ਮਰਦੇ, ਚੋਰੀਆਂ ਕਰਦੇ ਆ। ਕਹਿੰਦੇ ਤੇਰੇ ਭਰਾਵਾਂ ਨੂੰ ਸਰਦਾਰ ਬਣਾ ਦਿਆਂਗੇ, ਤੈਨੂੰ ਬਣਾ ਦਿਆਂਗੇ ਰਾਣੀ। ਚੋਰੀਆਂ ਕਿਉਂ ਕਰਨੀਆਂ? ਸਰਦਾਰੀਆਂ ਕਰੋ, ਰਾਜ ਕਰੋ। ਉਹ ਬਣ ਗਏ ਜ਼ਮੀਨਾਂ ਦੇ ਮਾਲਕ, ਪਿੰਡਾਂ ਦੇ ਸਰਦਾਰ। ਇਹ ਬਣ ਗਈ ਰਾਣੀ। ਇਹਨੇ ਰਾਜੇ ਨੂੰ ਸਾਰਾ ਕੁਝ ਦੱਸਿਆ ਕਿ ਜੋ ਕੁਝ ਤੂੰ ਕੀਤਾ ਇਹ ਸੰਤਾਂ ਦੇ ਬਚਨ ਨੇ। ਕਹਿੰਦਾ ਇੰਨੇ ਵੱਡੇ ਸੰਤ ਨੇ ਜਿਹੜੇ ਇੰਨਾ ਬਚਨ ਕਰਕੇ ਮੇਥੋਂ ਕਰਵਾ ਸਕਦੇ ਆ, ਉਹ ਮੈਨੂੰ ਪੁੱਤਰ ਵੀ ਬਖਸ਼ਣਗੇ। ਆਪਾਂ ਚੱਲੀਏ ਉੱਥੇ। ਫਿਰ ਬਾਬਾ ਜੀ ਦੇ ਦਰਸ਼ਨਾਂ ਨੂੰ ਰਾਣੀ ਬਸਤਰ ਬਣਾ ਕੇ, ਸ਼ਾਹੀ ਪੁਸ਼ਾਕ ਬਣਾ ਕੇ, ਹੱਥਾਂ ਦੀਆਂ ਅੰਗੂਠੀਆਂ ਵਗੈਰਾ ਲੈ ਕੇ, ਕੰਠੇ ਕੁੰਠੇ ਬਾਬਾ ਜੀ ਦੇ ਪਾਉਣ ਵਾਸਤੇ ਲੈ ਕੇ, ਸ਼ਰਧਾ ਦੇ ਨਾਲ ਚਾਂਦੀ ਤੇ ਸੋਨੇ ਦੇ ਸਾਰਾ ਸਮਾਨ ਤੇ ਪੁਸ਼ਾਕ ਲੈ ਕੇ ਬਾਬਾ ਜੀ ਦੇ ਦਰਸ਼ਨਾਂ ਨੂੰ ਆਈ। ਬਾਬਾ ਜੀ ਕਹਿੰਦੇ ਭੇਟਾ ਤੁਹਾਡੀ ਲੈ ਜਾਓ ਨਾਲ ਹੀ, ਇਹ ਉਦੋਂ ਲੈਣੀ ਜਦੋਂ ਪੁੱਤਰ ਹੋਏਗਾ ਤੁਹਾਡੇ। ਫਿਰ ਆਇਓ, ਪੁੱਤਰ ਹੋਏ ਤਾਂ ਫਿਰ ਸਾਰੀਆਂ ਭੇਟਾਂ ਲੈ ਕੇ ਆਏ। ਜੋ ਜੋ ਵੀ ਬਣਾਇਆ ਬਾਬਾ ਜੀ ਦੇ ਹੱਥਾਂ ਦੀਆਂ ਛਾਪਾਂ ਸੀ, ਕੰਠੇ ਸੀ ਚਾਂਦੀ ਦੇ, ਉਹ ਸਾਰੇ ਉੱਥੇ ਪਏ ਨੇ ਬਾਬਾ ਜੀ ਦੇ। ਪੁਸ਼ਾਕ ਵੀ ਪਈ ਪੁੱਛੋ ਖਜ਼ਾਨੇ 'ਚ। ਉਧਰ ਰਾਜਸਥਾਨ ਦੇ ਲੋਕ ਜਿਹੜੇ ਪਾਉਂਦੇ ਨਾ ਕੰਠੇ ਕੁੰਠੇ ਜਿਹੇ ਵੱਡੇ ਵੱਡੇ, ਸਾਰੇ ਬਣਾ ਕੇ ਲਿਆਈ ਬਾਬਾ ਜੀ ਵਾਸਤੇ। ਤੇ ਬਾਬਾ ਜੀ ਫਿਰ ਕਿਤੇ ਕਿਤੇ ਉਹ ਪਹਿਨਦੇ ਸੀ। ਘਰ ਰਾਜੇ ਦੇ ਘਰ ਵਿੱਚ ਪੁੱਤਰ ਦੀ ਦਾਤ ਬਖਸ਼ੀ, ਇਹ ਰਾਣੀ ਬਣੀ। ਭਰਾਵਾਂ ਨੂੰ ਸਰਦਾਰੀਆਂ ਮਿਲੀਆਂ। ਕਹਿੰਦੇ ਸਾਧ ਕੇ ਸੰਗ ਨਾ ਬਿਰਥਾ ਜਾਏ। ਮਹਾਂਪੁਰਸ਼ ਦਾ ਤਾਂ ਸੰਗ ਕਰਨਾ ਹੀ, ਸੰਗ ਹੀ ਬਹੁਤ ਵੱਡੀ ਚੀਜ਼ ਹੈ। ਇਸ ਸੰਗ ਦੇ ਉੱਤੇ ਗੁਰੂ ਸਾਹਿਬ ਨੇ 8 ਪੌੜੀਆਂ ਲਿਖੀਆਂ ਨੇ, ਅਸ਼ਟਪਦੀ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ। ਤੂੰ ਸੰਗਤ 'ਚ ਹੀ ਰਹੇ, ਇੰਨਾ ਹੀ ਬਹੁਤ ਹੈ। ਸੰਗਤ ਹੀ ਤੇਰੇ ਐਬ ਕੱਢ ਕੇ ਮਾਰੇਗੀ ਬਾਹਰ। ਮਲ ਸਗਲੀ ਖੋਤ, ਸਾਧ ਕੇ ਸੰਗ ਮੁਖ ਉਜਲ ਹੋਤ। ਮੂੰਹ ਧੋਤੇ ਜਾਂਦੇ ਆ, ਮੈਲ ਉਤਰ ਜਾਂਦੀ ਹੈ, ਪਰ ਤੂੰ ਸੰਗਤ 'ਚ ਰਹੇ, ਸਾਧੂ ਦੀ ਸੰਗਤ 'ਚ। ਇਹ ਸਾਧੂ ਦੀ ਸੰਗਤ ਦੀ ਪੂਰੀ ਅਸ਼ਟਪਦੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਦਿਆਲਤਾ ਵਿੱਚ ਵਰ ਦਿੱਤੇ ਆ ਸਾਧੂਆਂ ਦੇ ਸੰਗੀਆਂ ਨੂੰ। ਤੇ ਮਹੀਨਾ ਮਾਘ ਦਾ ਹੈ। ਗੁਰੂ ਸਾਹਿਬ ਵੀ ਇਹ ਕਹਿੰਦੇ ਆ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹੁਣ ਪੜ੍ਹੀਏ ਤੇ ਸਮਾਪਤੀ ਕਰਾਂਗੇ। ਜਿਵੇਂ ਉਸ ਲੜਕੀ ਦੇ ਘਰ ਵਿੱਚ ਸਾਰੇ ਪੁੰਨਦਾਨ ਹੋਣ ਲੱਗ ਪਏ। ਲੜਕੀ ਨੇ ਆਪਣੇ ਸੱਸ ਸਹੁਰੇ ਨੂੰ ਸਭ ਨੂੰ ਪੁੰਨਦਾਨ ਤੇ ਲਾਤਾ। ਸਭ ਘਰ ਸਤਿਪੁਰਸ਼ਾਂ ਦਾ ਬਣ ਗਿਆ।
ਜਿਨ੍ਹਾਂ ਦੇ ਘਰ ਕਦੀ ਪੁੰਨਦਾਨ ਪਾਠ ਪੂਜਾ ਨਹੀਂ ਸੀ, ਉਸ ਘਰ ਦੇ ਵਿੱਚ ਆਏ ਗਏ ਸਾਧੂਆਂ ਸੰਤਾਂ ਦੀ ਸੇਵਾ ਹੋਣ ਲੱਗੀ, ਲੰਗਰ ਚੱਲਣ ਲੱਗੇ, ਪੁੰਨਦਾਨ ਭੰਡਾਰ ਭਰੇ, ਤੇ ਜਿਹੜੇ ਭਾਈ ਬੀਜਦੇ ਆ ਉਹਨਾਂ ਨੇ ਵੱਢਣੇ ਵੀ ਨੇ। ਰਾਜ ਭਾਗ ਬਣ ਗਏ, ਮਹਿਲ ਬਣ ਗਏ ਉਸ ਘਰ ਦੇ, ਜਿੱਥੇ ਇੱਕ ਸਤ ਬੁੱਧੀ ਵਾਲੀ ਲੜਕੀ ਵਿਆਹੀ ਗਈ। ਉਹਨੇ ਘਰ ਦੇ ਬੇੜੇ ਪਾਰ ਕਰਤੇ, ਸਾਰੇ ਘਰ ਦੀ ਸ਼ਕਲ ਬਦਲ ਦਿੱਤੀ। ਸਤਿਗੁਰ ਕਹਿੰਦੇ ਨੇ ਨਾਮ ਜਪੇਗਾ ਤੈਨੂੰ ਜਮਦੂਤ ਨਹੀਂ ਕੁਝ ਕਹਿਣਗੇ, ਕਾਲ ਨਹੀਂ ਕੁਝ ਕਹੇਗਾ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਹਰੀ ਦਾ ਨਾਮ ਜਪਦਿਆਂ ਨਹੀਂ ਦੁੱਖ ਨੇੜੇ ਆਉਂਦੇ, ਨਹੀਂ ਕਾਲ ਆਉਂਦਾ, ਨਹੀਂ ਮੁਸੀਬਤਾਂ ਆਉਂਦੀਆਂ, ਪਰੇ ਰਹਿੰਦੀਆਂ ਨੇ, ਇਹ ਸਭ ਦੂਰ ਰਹਿੰਦੀਆਂ। ਪੜ੍ਹ ਲਓ ਮਾਘ ਮਹੀਨਾ ਸੰਗ ਤੂੜੀ ਕਰੀ ਇਸ਼ਨਾਨ, ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਤੂੜੀ ਕਰੀ ਇਸ਼ਨਾਨ, ਤੂੜੀ ਕਰੀ ਇਸ਼ਨਾਨ। ਜੀ ਤੂੜੀ ਕਰੀ ਇਸ਼ਨਾਨ, ਤੂੜੀ ਕਰੀ ਇਸ਼ਨਾਨ। ਤੂੜੀ ਕਰ ਇਸ਼ਨਾਨ, ਤੂੜੀ ਕਰ ਇਸ਼ਨਾਨ। ਜੀ ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। 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 ਇਹ ਗੁਰੂ ਨਾਨਕ ਦਾ ਕਾਰਿਮ, ਇੱਥੋਂ ਦੀਆਂ ਮਹਾਨ ਸੇਵਾ ਹੈ। ਜਿੰਨੀਆਂ ਕੋਈ ਸੇਵਾ ਕਰੇਗਾ ਝੋਲੀਆਂ ਭਰੀ ਜਾਏਗਾ। ਖਜ਼ਾਨੇ ਗੁਰੂ ਨਾਨਕ ਸਾਹਿਬ ਦੇ ਨੇ। ਜਿੰਨੀਆਂ ਕੋਈ ਸੇਵਾ ਕਰ ਲੇਗਾ ਬਾਬਾ ਜੀ ਕਹਿੰਦੇ ਤੁਹਾਡੀਆਂ ਨਹੀਂ, ਜੋ ਕਰ ਲੋਗੇ ਤੁਹਾਡੇ ਹੀ ਕੰਮ ਹੋਣਾ। ਆਪਦੀਆਂ ਝੋਲੀਆਂ ਭਰ ਲਓ ਸੇਵਾ ਕਰ ਕਰਕੇ। ਸੁਨਹਿਰੀ ਮੌਕਾ ਨਾ ਗਵਾਓ। ਇਹ ਨਹੀਂ ਪਤਾ ਬਾਬਾ ਜੀ ਦੇ ਘਰੋਂ ਕੀ ਕੀ ਮਿਲਦਾ, ਸਾਨੂੰ ਸਮਝ ਨਹੀਂ। ਉਹ ਸਦਾ ਹੀ ਦਿਹਾੜੇ, ਸਦਾ ਹੀ ਬਖਸ਼ਣ ਦੇ। ਜਿਹੜਾ ਲੰਘਿਆ ਦਿਨ ਬੜਾ ਬਖਸ਼ਿਸ਼ਾਂ ਵਾਲਾ ਸੀ, ਮਾਘੀ ਦਾ ਸੀ। ਗੁਰੂ ਸਾਹਿਬ ਦਿਆਲ ਹੁੰਦੇ ਆ, ਦਿਆਲਤਾ ਅਸੀਂ ਲੈਣੀ ਹੈ। ਭਾਗ ਹੋਣਗੇ ਤੇ ਦਿਆਲਤਾ ਮਿਲਦੀ, ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਮਿਲਦੀਆਂ। ਫਿਰ ਲੋਕ ਗੁਰਪੁਰਬਾਂ ਤੇ ਵੱਡਿਆਂ ਵੱਡਿਆਂ ਦਿਨਾਂ ਤੇ, ਹੁਣ ਪਾਤਸ਼ਾਹ ਦਾ ਪੋਹ ਸੁਦੀ ਸਤਵੀਂ ਆ ਰਿਹਾ ਹੈ, ਬੜਾ ਵੱਡਾ ਦਿਹਾੜਾ ਹੈ। ਮਹਾਰਾਜ ਪੋਹ ਸੁਦੀ ਸਤਵੀਂ ਵਾਲੇ ਦਿਨ ਫਿਰ ਆਪ ਗੱਦੀ ਤੇ ਬਿਰਾਜਮਾਨ ਹੋ ਕੇ ਬੈਠ ਜਾਂਦੇ ਸੀ। ਸਭ ਸਿੱਖਾਂ ਦੀਆਂ ਝੋਲੀਆਂ ਭਰਦੇ ਸੀ। ਕਲਗੀਧਰ ਪਾਤਸ਼ਾਹ ਕਈ ਸਮੇਂ ਤੋਂ ਭੜਕਦੇ ਸੋਹਣਾ ਮੋਹਣਾ ਉਹ ਉਡੀਕ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਆਉਣਾ ਹੈ। ਅਸੀਂ ਬੜੇ ਬੜੇ ਵਧੀਆ ਫੁੱਲ, ਬੜੇ ਬੜੇ ਵਧੀਆ ਹਾਰ ਗੁਰੂ ਮਹਾਰਾਜ ਤੱਕ ਭੇਜਾਂਗੇ, ਸਾਨੂੰ ਗੁਰੂ ਸਾਹਿਬ ਬਖਸ਼ ਦੇਣਗੇ। ਸਰਾਪੇ ਹੋਏ ਸੀ, ਪਰ ਉਹਨਾਂ ਦਾ ਪਹਿਲੋਂ ਹੀ ਬਾਗ ਉਜੜ ਗਿਆ। ਕੋਈ ਸੰਤ ਫੁੱਲ ਤੋੜ ਕੇ ਲੈ ਗਿਆ। ਉਹ ਬੇਹੋਸ਼ ਹੋ ਕੇ ਡਿੱਗ ਪਏ ਕਿ ਅੱਜ ਗੁਰੂ ਸਾਹਿਬ ਨੇ ਬਖਸ਼ਣਾ ਸੀ, ਅੱਜ ਦਾਤਾਂ ਮਿਲਣੀਆਂ ਸੀ। ਫੁੱਲ ਸਾਰੇ ਟੁੱਟ ਗਏ ਜਿਹੜੇ ਅਸੀਂ ਗੁਰੂ ਸਾਹਿਬ ਨੂੰ ਪੋਸ ਦੀ ਸਤਵੀਂ ਤੇ ਭੇਟਾ ਕਰਨੇ ਸੀ। ਮਹਾਰਾਜ ਕੋਲ ਜਦੋਂ ਸੰਤ ਨੇ ਫੁੱਲ ਰੱਖੇ, ਗੁਰੂ ਸਾਹਿਬ ਕਹਿੰਦੇ ਸੰਤ ਜੀ ਆ ਫੁੱਲ ਨਹੀਂ ਤੋੜੇ, ਤੁਸੀਂ ਤਾਂ ਦਿਲ ਤੋੜ ਕੇ ਆ ਗਏ।
ਫੁੱਲਾਂ ਨੂੰ ਚੱਕ ਕੇ ਮਹਾਰਾਜ ਕਹਿੰਦੇ ਫੁੱਲ ਵਿਚੋਲਗੀ ਕਰਦੇ ਨੇ। ਫਿਰ ਮਹਾਰਾਜ ਉੱਥੋਂ ਨੱਠੇ, ਜਿੱਥੇ ਉਹ ਡਿੱਗੇ ਪਏ ਸੀ ਉਹਨਾਂ ਨੂੰ ਆਣ ਕੇ ਗਲੇ ਲਾਇਆ। ਸਾਰੇ ਦੋਖ ਪਾਪ ਉਹਨਾਂ ਦੇ ਬਖਸ਼ੇ, ਜਿਨ੍ਹਾਂ ਨੂੰ ਸਰਾਪ ਸੀ ਤੁਸੀਂ ਬਖਸ਼ੇ ਨਹੀਂ ਜਾਓਗੇ। ਉਹ ਵੀ ਪੋਸ ਦੀ ਸਦਮੀ ਦਾ ਦਿਨ ਡੀਕਦੇ ਸੀ, ਅਸੀਂ ਬਖਸ਼ੇ ਜਾਈਏ। ਆਖੋ ਇਹ ਮਾਘੀ ਦੇ ਦਿਨ, ਗੁਰੂ ਸਾਹਿਬ ਦੇ ਅਵਤਾਰ ਪੁਰਬ ਦੇ ਦਿਨ, ਇਹ ਬਖਸ਼ਿਸ਼ਾਂ ਵਾਲੇ। ਆਪਾਂ ਕਲਗੀਧਰ ਦੇ ਸਥਾਨ 'ਤੇ ਆਏ ਹਾਂ। ਵੱਡੀਆਂ ਵੱਡੀਆਂ ਸੇਵਾ ਕਰੋ, ਸੇਵਾ ਕਰੋ, ਨਾਮ ਜਪੋ, ਪੋਸ ਦੀ ਸਦਮੀ 'ਤੇ ਸਿਮਰਨ ਕਰੋ, ਮਾਲਾ ਫੇਰੋ। ਪੰਜਾਬ ਦੀਆਂ ਸੰਗਤਾਂ ਨੂੰ ਵੀ ਅਸੀਂ ਕਹਿੰਦੇ ਭਾਈ ਸਾਰੇ ਆਓ ਇੱਧਰ, ਵਿਹਲੇ ਉੱਥੇ ਫਿਰਦੇ ਜੇ ਐਵੇਂ, ਇੱਥੇ ਆਓ, ਆਣ ਕੇ ਇੱਥੇ ਹਾਜ਼ਰੀਆਂ ਭਰੋ, ਪੋਸ ਦੀ ਸਦਮੀ ਮਨਾਈਏ। ਕਲਗੀਧਰ ਪਾਤਸ਼ਾਹ ਮੇਰਾ ਕਰਨਗੇ, ਕਿਸਾਨਾਂ ਦੀ ਵੀ ਮਦਦ ਕਰਨਗੇ। ਤੁਸੀਂ ਇੱਧਰ ਆਓਗੇ, ਜਿਹੜੇ ਤੁਹਾਡੇ ਭੈਣ ਭਾਈ ਉੱਥੇ ਬੈਠੇ ਆ ਨਾ ਬਾਰਡਰ 'ਤੇ, ਉਹਨਾਂ ਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਤਣਗੇ, ਸ਼ਹੀਦੀ ਪਹਿਰਾ ਰੱਖਣਗੇ, ਉਹਨਾਂ ਨੂੰ ਵੀ ਦਾਤਾਂ ਦੇਣਗੇ। ਤੇ ਸਾਰੇ ਮਾਈ ਭਾਈ ਜਿਹੜੇ ਟ੍ਰੇਨਾਂ 'ਤੇ, ਗੱਡੀਆਂ 'ਤੇ, ਜਿਵੇਂ ਵੀ ਆ ਕੇ ਇੱਥੇ ਆਓ, ਆਪਾਂ ਅਖੰਡ ਪਾਠ, ਸੰਪੜ ਪਾਠ, ਮਹਾਂ ਸੰਪੜ ਪਾਠ ਕਰੀਏ। ਦੁੱਖ ਵੇਲੇ ਰੱਬ ਨੂੰ ਹੀ ਯਾਦ ਕਰਨਾ ਚਾਹੀਦਾ। ਆਪਣੇ ਪੰਜਾਬ ਦਾ ਸੁੱਖ ਹੋਏਗਾ, ਭਲਾ ਹੋਏਗਾ। ਸਾਰੇ ਤੁਸੀਂ ਨਾਮ ਜਪੋਗੇ। ਪੋਸ ਦੀ ਸਦਮੀ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਦਿਹਾੜਾ ਹੈ। ਪਟਨਾ ਸਾਹਿਬ ਪਹੁੰਚ ਕੇ ਮਨਾ ਲਓ, ਹਜੂਰ ਸਾਹਿਬ ਆ ਜਾਓ, ਅਤੇ ਇੱਥੇ ਆਪਾਂ ਗੁਰੂ ਸਾਹਿਬ ਦਾ ਗੁਰਪੁਰਬ ਮਨਾਵਾਂਗੇ। ਸਾਰੀਆਂ ਸੰਗਤਾਂ ਅਖੰਡ ਪਾਠ, ਮਹਾਂ ਸੰਪੜ ਪਾਠ, ਕਥਾ ਕੀਰਤਨ ਹੋਣਗੇ। ਗੁਰੂ ਸਾਹਿਬ ਖੁਸ਼ੀਆਂ ਬਖਸ਼ਣਗੇ। ਹੁਣ ਹੁਕਮਨਾਮਾ ਸੁਣੋ ਧੰਨ ਗੁਰੂ ਨਾਨਕ। ਹਰਿ ਜਸ ਗਾਇਓ ਸੰਤ ਜਨਾ ਮਿਲ, ਹਰਿ ਜਸ ਗਾਇਓ ਸੰਤ ਜਨਾ ਮਿਲ, ਹਰਿ ਜਸ ਗਾਇਓ ਸੰਤ ਜਨਾ ਮਿਲ, ਹਰਿ ਜਸ ਗਾਇਓ ਸੰਤ ਜਨਾ ਮਿਲ। ਕੋਟ ਜਨਮ ਕੇ ਦੁਖ ਗਵਾਇਓ, ਜਿਜੋ ਚਾਹਤ ਸੋਹੀ ਮਨ ਪਾਇਓ। ਕਰ ਕਿਰਪਾ ਹਰਿ ਨਾਮ ਦਿਵਾਇਓ, ਸਰਬ ਸੁਖ ਹਰਿ ਨਾਮ ਵਡਾਈ। ਗੁਰ ਪ੍ਰਸਾਦ ਨਾਨਕ ਮਤ ਪਾਈ ਮਿਲ, ਹਰਿ ਜਸ ਗਾਇਓ ਸੰਤ ਜਨਾ ਮਿਲ, ਹਰਿ ਜਸ ਗਾਇਓ ਸੰਤ ਜਨਾ ਮਿਲ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।